ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਜੇਲ੍ਹ ਚਿੱਠੀਆਂ, ਪੰਨਾ ਨੰਬਰ 257, ਭਾਗ 17ਵਾਂ। ਚਿੱਠੀਆਂ ਮੁਲਾਕਾਤਾਂ ਦੇ ਝਗੜੇ। ਚਿੱਠੀਆਂ ਮੁਲਾਕਾਤਾਂ ਦੇ ਹੱਕਾਂ ਬਾਰੇ ਹਮੇਸ਼ਾ ਸਾਡੇ ਜੇਲ੍ਹ ਕਰਮਚਾਰੀਆਂ ਨਾਲ ਰਗੜੇ ਤੇ ਝਗੜੇ ਹੀ ਰਹੇ। ਕਦੇ ਵੀ ਇਹਨਾਂ ਦੇ ਈਮਾਨ ਦਾ ਊਂਟ ਕਿਸੇ ਕਰਵਟ ਅਮਨ ਅਮਾਨ ਤੇ ਆਰਾਮ ਨਾਲ ਸੂਤ ਨਾ ਬੈਠਾ। ਚਿੱਠੀਆਂ ਤੇ ਮੁਲਾਕਾਤਾਂ ਬਾਰੇ ਇਹਨਾਂ ਕਦੇ ਵੀ ਸਾਨੂੰ ਰਾਜਸੀ ਕੈਦੀਆਂ ਵਾਲੇ ਹੱਕ ਨਾ ਦਿੱਤੇ। 3-3 ਮਹੀਨੇ ਬਾਅਦ ਵੀ ਮਸਾਂ ਰੋ ਪਿੱਟ ਕੇ ਚਿੱਠੀ ਲਿਖਣ ਦੀ ਇਜਾਜ਼ਤ ਦੇਣ। ਘਰਾਂ ਵੱਲੋਂ ਆਈਆਂ ਚਿੱਠੀਆਂ ਵੀ 3-3 ਮਹੀਨਿਆਂ ਪਿੱਛੋਂ ਬਹੀਆ ਕਰਕੇ ਦਿਆ ਕਰਨ, ਉਹ ਵੀ ਸੈਂਸਰ ਕਰ ਕਰਾ ਕੇ। ਮੁਲਾਕਾਤਾਂ ਦਾ ਤਾਂ ਕਹਿਣਾ ਹੀ ਕੀ ਹੈ। ਜੇਲ੍ਹ ਵਿੱਚ ਪਹਿਲੀ ਵੇਰ ਬੱਚੇ ਮਿਲਣ ਆਏ। ਨਾਗਪੁਰ ਜੇਲ੍ਹ ਲਾਈਫ ਦੇ ਸਾਰੇ 7-8 ਸਾਲਾਂ ਵਿੱਚ ਇੱਕ ਵਾਰ ਹੀ ਮੇਰੇ ਟੱਬਰ ਬਾਲ ਬੱਚੇ ਨਾਲ ਮੁਲਾਕਾਤ ਕਰਨ ਦੀ ਮੈਨੂੰ ਇਜਾਜ਼ਤ ਮਿਲੀ। ਵੀਰ ਕਰਤਾਰ ਸਿੰਘ ਜੀ ਨੂੰ ਤਾਂ ਕਦੇ ਵੀ ਨਾ। ਮੈਨੂੰ ਵੀ ਮੁਲਾਕਾਤ ਦਾ ਦੁੱਧ ਜੇਲ੍ਹ ਮੁਖਤਾਰੀ ਬੱਕਰੀ ਨੇ ਇੱਕ ਵਾਰ ਹੀ ਚੋਣ ਦਿੱਤਾ, ਸੋ ਵੀ ਮੀਂਗਣਾ ਪਾ ਕੇ ਹੀ ਦਿੱਤਾ। ਮੁਲਾਕਾਤ ਸੰਬੰਧੀ ਪਹਿਲਾਂ ਕਾਲ ਕਰਾਰ ਮੇਰੇ ਨਾਲ ਕੀਤੇ ਕਿ ਰੱਜ ਕੇ ਮੁਲਾਕਾਤ ਕਰ ਲੈਣੀ, ਪਰ ਐਨ ਮੁਲਾਕਾਤ ਦਾ ਸਮਾਂ ਆਉਣ ਪਰ ਕੁਚਾਲਾ ਤੇ ਜੇਲਰ ਅੱਖਾਂ ਫੇਰ ਗਏ। ਸੈਂਕੜੇ ਕੋਹਾਂ ਦੇ ਪੰਥ ਤੋਂ ਚੱਲ ਕੇ ਮਾਸੂਮ ਬੱਚੇ ਆਪਣੀ ਪਤੀ ਬਿਰਹੇ ਰੰਝਾਵਣੀ ਮਾਤਾ ਸਮੇਤ ਪਹਿਲੀ ਵੇਰ ਆਪਣੇ ਕਦੇ ਨਾ ਡਿੱਠੇ ਮਿਲੇ ਪਿਤਾ ਨਾਲ ਮੁਲਾਕਾਤ ਕਰਾਂਗੇ ਅਤੇ ਆਪਣੇ ਪਿਤਾ ਦੀਆਂ ਘੁੱਟਵੇਂ ਤੇ ਗਲ ਲਗਵੇਂ ਪਿਆਰ ਦੀਆਂ ਲੋਰੀਆਂ ਲਵਾਂਗੇ, ਕਿਉਂਕਿ ਉਹਨਾਂ ਨੂੰ ਚਕਮਾ ਦੇ ਦਿੱਤਾ ਗਿਆ ਸੀ ਕਿ ਮਨ ਭਾਉਂਦੀ ਖੁੱਲੀ ਮੁਲਾਕਾਤ ਕਰਾਈ ਜਾਵੇਗੀ। ਅਫਸੋਸ ਕਿ ਉਹਨਾਂ ਦੀ ਇਹ ਆਸ ਪੂਰੀ ਨਾ ਹੋਈ। ਮੈਂ ਵੀ ਮੁਲਾਕਾਤ ਦੀ ਮਨਜ਼ੂਰੀ ਤੋਂ ਪਹਿਲਾਂ ਜੇਲ੍ਹ ਸੁਪਰਿੰਟੈਂਡੈਂਟ ਪਾਸੋਂ ਇਹ ਮਨਾ ਲਿਆ ਸੀ ਕਿ ਜਿਵੇਂ 4 ਘੰਟੇ ਲਗਾਤਾਰ 2 ਦਿਨ ਰੋਜ਼ ਹਜ਼ਾਰੀਬਾਗ ਜੇਲ੍ਹ ਵਿੱਚ ਮੁਲਾਕਾਤ ਕਰਾਈ ਗਈ ਸੀ, ਤਿਵੇਂ ਹੀ ਇੱਥੇ ਵੀ ਕਰਾਈ ਜਾਵੇ। ਜੇ ਇਉਂ ਮੁਲਾਕਾਤ ਕਰਾਉਣੀ ਮਨਜ਼ੂਰ ਹੈ ਤਾਂ ਘਰ ਵਾਲਿਆਂ ਦੀ ਅਰਜ਼ੀ ਮਨਜ਼ੂਰ ਕਰੋ, ਨਹੀਂ ਤਾਂ ਕੋਈ ਲੋੜ ਨਹੀਂ, ਕਿਉਂਕਿ ਸਾਲਾਂ ਬੱਧੀ ਮੁਲਾਕਾਤ ਕੀਤੀ ਹੀ ਨਹੀਂ। ਹੁਣ ਤਾਂ ਸਾਰੀਆਂ ਕਸਰਾਂ ਇੱਕੋ ਮੁਲਾਕਾਤ ਵਿੱਚ ਕਢਾ ਦੇਵੋ। ਜੇਲ੍ਹ ਸੁਪਰਿੰਟੈਂਡੈਂਟ ਨੇ ਇਸ ਗੱਲ ਨੂੰ ਮਨਜ਼ੂਰ ਕਰਕੇ ਕਾਲ ਕਰਾਰੀ ਬਚਨ ਵਰਡ ਆਫ ਆਨਰ ਦੇ ਦਿੱਤੇ ਸਨ, ਪਰ ਅੱਗੇ ਚੱਲ ਕੇ ਦੇਖੋਗੇ ਤੇ ਦੇਖ ਕੇ ਦੰਗ ਰਹੋਗੇ ਕਿ ਕਿਵੇਂ ਆਪਣੇ ਕੀਤੇ ਸੰਜੀਦਾ ਬਚਨ ਤੋਂ ਖਿਸਕ ਗਏ। ਸਿੱਕਾਂ ਸਿਕੰਦਿਆਂ ਨੂੰ ਮੁਲਾਕਾਤ ਦਾ ਦਿਹਾੜਾ ਆਇਆ। ਵਿਚਾਰੇ ਵੀਰ ਸੁਸ਼ੀਲ ਮਿਰਗਿੰਦ ਜੀ ਬੜਾ ਉਪਕਾਰ ਸਾਹਸ ਸਹਮਾ ਸਾਧ ਕੇ ਅਤੇ ਮਰਵਤ ਮਰਮਾ ਉਦਮ ਮੁਹਿੰਮਾਂ ਜਹਾਦ ਕੇ ਅਤੇ ਲੰਮਾ ਸਫ਼ਰ ਝਾਗ ਕੇ ਇਸ ਲੋਚਨੀ ਅਬਲਾ ਤੇ ਬਰਸਾਂ ਬੱਧੀ ਵੇਦਨਾ ਬਿਰਹੇ ਵਾਲੇ ਵਿਜੋਗੀ ਮਾਸੂਮੀ ਪਰਿਵਾਰ ਨੂੰ ਆਪਣੇ ਸੰਗ ਸਾਥ ਲੈ ਕੇ ਧੁਰੋਂ ਪੰਜਾਬ ਦੇ ਸਤਦਰਵੀ ਕੁਰਬੋ ਜਵਾਰ ਤੋਂ ਨਾਗਪੁਰ ਨਾਗਾਂ ਦੀ ਪੁਰੀ ਵਾਲੇ ਜੇਲ੍ਹ ਵਿੱਚ ਆਏ। ਪਰੰਤੂ ਨਾਗਪੁਰ ਵੜਨਸਾਰ ਜੇਲ੍ਹ ਜਮਰਾਜ ਨੇ ਵਿਚਾਰੇ ਪਰਦੇਸੀ ਪਾਂਦੀਆਂ ਦੇ ਰਾਹ ਵਿੱਚ ਦੂਤੀ ਨਾਗ ਪਾਸ ਦਾ ਤੰਦਣ ਤਾਣਾ ਰਚ ਦਿੱਤਾ। ਇਸ ਨਾਗਪੁਰ ਸ਼ਹਿਰ ਵਿੱਚ ਪੰਜਾਬੀ ਵਸਨੀਕਾਂ ਦਾ ਇੱਕ ਠਿਕਾਣਾ ਹੈ ਜੋ ਪੰਜਾਬੀ ਲਾਈਨ ਕਰਕੇ ਪ੍ਰਸਿੱਧ ਹੈ। ਇੱਥੇ ਗੁਰਦੁਆਰਾ ਵੀ ਹੈ। ਪੰਜਾਬ ਤੋਂ ਆਏ ਗਏ ਮੁਸਾਫਰ ਅਕਸਰ ਇਸੇ ਪੰਜਾਬੀ ਲਾਈਨ ਵਿੱਚ ਹੀ ਉਤਰਿਆ ਕਰਦੇ ਹਨ। ਇੱਥੇ ਹੀ ਇਹਨਾਂ ਅਜਨਬੀ ਪੰਛੀਆਂ ਨੇ ਰਹਿਣ ਬਸੇਰਾ ਕਰਨਾ ਸੀ, ਪਰ ਕੁਚਾਲਾ ਜੀ ਨੇ ਵਿਚਾਰਿਆਂ ਦੇ ਸਾਰੇ ਰਾਹ ਵਿੱਚ ਕੰਡੇ ਖਿਲਾਰ ਦਿੱਤੇ। ਜੇਲ੍ਹ ਤੋਂ ਲੱਗ ਕੇ ਪੰਜਾਬੀ ਲਾਈਨ ਤਾਈਂ ਮਿੱਲਾਂ ਬੱਧੀ ਸਾਰੇ ਕਦਮ ਕਦਮ ਤੇ ਜੇਲ੍ਹ ਅਤੇ ਸਿਵਲ ਪੁਲਿਸ ਦੇ ਪੈਰਿਆਂ ਦੀਆਂ ਪਿੱਟਾਂ ਖੜੀਆਂ ਕਰ ਦਿੱਤੀਆਂ। ਪੰਜਾਬੀ ਲਾਈਨ ਨਿਵਾਸੀ ਸੱਜਣ ਭਾਈ ਮਨਸ਼ਾ ਸਿੰਘ ਜੀ ਅਕਾਲੀ ਦੇ ਘਰ ਉੱਤੇ ਖਾਸ ਪੁਲਿਸੀ ਪਹਿਰੇ ਤਕੜੇ ਕਰਕੇ ਲਗਾ ਦਿੱਤੇ। ਇਸ ਵੀਰ ਦਾ ਪਰਮ ਧਰਮ ਰਿਹਾ ਹੈ ਕਿ ਪੰਜਾਬੋਂ ਆਏ ਹਰ ਇੱਕ ਯਾਤਰੂ ਦੀ ਹਰ ਪ੍ਰਕਾਰ ਖਾਤਰਦਾਰੀ ਅਤੇ ਸੇਵਾ ਬਰਦਾਰੀ ਕਰਨੀ, ਹਿੱਤ ਚਿੱਤੋਂ ਅਤੇ ਦਿਲੋਂ ਲਾ ਕੇ ਵਾਹ ਲੱਗਦੀ ਘਰ ਵਿੱਚ ਹੀ ਪੰਜਾਬੋਂ ਆਏ ਪ੍ਰਾਹੁਣਿਆਂ ਨੂੰ ਉਤਾਰਨਾ ਅਤੇ ਪੁੱਜ ਕੇ ਸਬਸ ਦੀ ਪ੍ਰਾਹੁਣਾਚਾਰੀ ਕਰਨੀ। ਇਸ ਦਾ ਸਾਰਾ ਪਰਿਵਾਰ ਹੀ ਨਿਸ਼ਕਾਮ ਸੇਵਾ ਉਪਕਾਰ ਦੇ ਪਹਾਰੇ ਵਿੱਚ ਢਲਿਆ ਹੋਇਆ ਸੀ ਅਤੇ ਹੁਣ ਤਾਈਂ ਢਲਿਆ ਹੋਇਆ ਹੈ। ਇਸ ਸਾਰੇ ਗੁਰਮੁਖ ਪਰਿਵਾਰ ਨੂੰ ਤਾਂ ਚਾਉ ਚੜ ਗਿਆ ਜਦ ਇਹਨਾਂ ਨੂੰ ਪਤਾ ਲੱਗਾ ਕਿ ਇੱਕ 12 ਵਰ੍ਹਿਆਂ ਦੇ ਬੰਦੀਵਾਨ ਬਨਖੰਡ ਵਾਸੀ ਪੰਜਾਬ ਨਿਵਾਸੀ ਦੇਸ਼ ਭਗਤ ਦਾ ਪਰਿਵਾਰ ਉਸ ਦੀ ਮੁਲਾਕਾਤ ਕਰਨ ਦੂਰੋਂ ਚੱਲ ਕੇ ਆਇਆ ਹੈ, ਜਿਸ ਦੇ ਪਿਆਰ ਨੇ ਪਹਿਲਾਂ ਹੀ
ਉਹਨਾਂ ਦੇ ਹਿਰਦੇ ਅੰਦਰ ਗਹਿਰਾ ਘਰ ਕੀਤਾ ਹੋਇਆ ਸੀ। ਇਸ ਪ੍ਰਕਾਰ ਉਸਨੇ ਸੋਏ ਸੁਣਨ ਸਾਰ ਹੀ ਪੱਕਾ ਇਰਾਦਾ ਧਾਰ ਲਿਆ ਕਿ ਇਹਨਾਂ ਪੰਧਾਊਆਂ ਨੂੰ ਆਪਣੇ ਗ੍ਰਹਿ ਵਿਖੇ ਹੀ ਨਿਵਾਸ ਦੇਈਏ। ਪਰਵਾਹ ਨਹੀਂ ਕੀਤੀ ਪੁਲਿਸ ਪਹਿਰਿਆਂ ਦੀ, ਗੁਮੇ ਨਹੀਂ ਕੀਤਾ ਜੇਲ੍ਹ ਦੁੱਤੀ ਪਿਕਟਰੀਆਂ ਦਾ। ਆਪਣੀ ਸ਼ਹਿਸ਼ਤ ਸਮੇਵੀ ਸੇਵ ਕਮਾਵਨੀ ਟੇਵ ਧੁਨੀ ਵਿੱਚ ਮਸਤੁਲ ਮਸਤ ਮਨਸ਼ਾ ਦੇ ਪੂਰੇ ਸੂਰੇ ਵੀਰ ਮਨਸ਼ਾ ਸਿੰਘ ਜੀ ਨੇ ਜੇਲ੍ਹ ਮੁਲਾਕਾਤੀਆਂ ਦਾ ਮਾਰਗ ਆਣ ਮੱਲਿਆ ਕਿ ਕਿਤੇ ਹਿੱਲ ਚੱਲ ਕੇ ਹੋਰ ਕਿਤੇ ਠਿਕਾਣਾ ਨਾ ਜਾ ਕਰਨ। ਪਰ ਇਧਰ ਮੈਂਡੜੇ ਮੁਲਾਕਾਤੀ ਮਹਿਰਮਾ ਨੂੰ ਵੀ ਪਤਾ ਲੱਗਾ ਕਿ ਪੰਜਾਬੀ ਲਾਈਨ ਵਿੱਚ ਸਾਰੇ ਹੀ ਅਨੀਤ ਭਰੇ ਕੁਨੀਤੀ ਦੇ ਪੇਚ ਵਾਲੇ ਗੱਜ ਗਰਾਹੀ ਤੰਦੂਏ ਦਾ ਜਾਲ ਫੈਲਾਇਆ ਹੋਇਆ ਹੈ ਅਤੇ ਖਾਸ ਕਰ ਉਸ ਪ੍ਰਸਿੱਧ ਪਰਉਪਕਾਰੀ ਪਰਿਵਾਰ ਦੇ ਘਰ-ਬਾਰ ਉੱਤੇ ਬਹੁਤੀਆਂ ਕਰੜਾਈਆਂ ਵਰਤੀਆਂ ਹੋਈਆਂ ਹਨ। ਤਦ ਉਹਨਾਂ ਨੇ ਮਸਲਹਤਨ ਇੱਕ ਨਾਰੰਗਵਾਲ ਨਿਵਾਸੀ ਦੇ ਘਰ ਜਾ ਨਿਵਾਸ ਕੀਤਾ, ਜਿਸ ਦੇ ਉੱਪਰ ਸਰਕਾਰੀ ਮੁਲਾਜ਼ਮ ਹੋਣ ਕਰਕੇ ਗਵਰਨਮੈਂਟੀ ਪੁਲਿਸ CID ਦੀ ਅੱਖ ਵੀ ਨਹੀਂ ਸੀ। ਇਸ ਸਿੱਖ ਸਰਦਾਰ ਓਵਰਸੀਅਰ ਨੇ ਇਹਨਾਂ ਦੀ ਖੂਬ ਪ੍ਰਾਹੁਣਾਚਾਰੀ ਕੀਤੀ, ਸਿਰ ਉੱਤੇ ਚੁੱਕ ਲਿਆ ਤੇ ਅੱਖੀਆਂ ਪਰਨੇ ਹੋ ਕੇ ਸੇਵਾ ਉਠਾਈ ਤੇ ਆਉਣ ਵਾਲੀ ਸਖਤੀ ਨੂੰ ਜਾਣਦੇ ਹੋਏ ਵੀ ਕਿ ਜਦੋਂ ਕੁਨੀਤ ਕੁਚਾਲ ਫਸੇ ਕਰਮਚਾਰੀਆਂ ਨੂੰ ਪਤਾ ਲੱਗ ਜਾਣਾ ਹੈ ਕਿ ਇਹ ਰਣਧੀਰ ਸਿੰਘ ਦੇ ਮੁਲਾਕਾਤੀ ਹਨ, ਉਹੀ ਸਰਦਾਰ ਮਨਸ਼ਾ ਸਿੰਘ ਉੱਪਰ ਵਾਪਰ ਰਹੀਆਂ ਕਰੜਾਈਆਂ ਵਾਲੇ ਸਕੰਜੇ ਇੱਥੇ ਵੀ ਕਸੇ ਜਾਣੇ ਹਨ। ਇਸ ਸ਼ੇਰ ਮਰਦ ਵੀਰ ਪਿਆਰੇ ਵੀਰ ਇੰਦਰ ਮਿਰਗੇਸ਼ ਮਹਿੰਦਰ ਨੇ ਨਾ ਸਿਰਫ ਸਿਰ ਪਈ ਸੇਵਾ ਭਾਵਨਾ ਦੀ ਸਪਿਰਿਟ ਦਾ ਹੀ ਪ੍ਰਤੱਖ ਸਬੂਤ ਦਿੱਤਾ, ਬਲਕਿ ਮੁਲਾਕਾਤੀਆਂ ਦੇ ਨਾਲ ਹੋ ਕੇ ਮੋਢਾ ਨਾਲ ਮੋਢਾ ਢਾ ਕੇ ਮੇਰੀ ਮੁਲਾਕਾਤ ਵੀ ਆਣ ਕੀਤੀ ਅਤੇ ਉਸ ਨੂੰ ਕੋਈ ਨਹੀਂ ਹੋੜ ਸਕਿਆ। ਉਹਨਾਂ ਦਿਨਾਂ ਵਿੱਚ 121 ਦਫਾ ਦੇ ਕੈਦੀਆਂ ਨੂੰ ਖਾਸ ਕਰ ਮੇਰੇ ਵਰਗੇ ਰੰਜੂਰ ਅਤੇ ਡਾਡਿਆਂ ਨਾਲ ਮੱਥਾ ਡਾਉਣ ਵਾਲੇ ਮਸ਼ਹੂਰ ਬੰਦੀ ਜਨ ਨਾਲ ਇੱਕ ਸਰਕਾਰੀ ਮੁਲਾਜ਼ਮ ਦਾ ਮੁਰੱਵਤ ਭਰੀ ਮੁਲਾਕਾਤ ਕਰਨਾ ਬੜੀ ਦਲੇਰੀ ਦਾ ਕੰਮ ਸੀ। ਉਸ ਦੀ ਕੁਰਸੀ ਦੇ ਸਾਹਮਣੇ ਮੇਰੀ ਕੁਰਸੀ ਦੇ ਐਨ ਕੋਲ ਖੱਬੇ ਪਾਸੇ 2 CID ਵਾਲੇ ਪੰਜਾਬੀ ਜਵਾਦਾਨ, ਇੱਕ ਹਿੰਦੂ ਅਤੇ ਦੂਜਾ ਮੁਸਲਮਾਨ ਇੰਸਪੈਕਟਰ ਬੈਠੇ ਹੋਏ ਸਨ। ਮੁਲਾਕਾਤ ਹੋਣ ਦੀ ਢੇਰ ਹੀ ਸੀ ਕਿ ਉਸ ਪ੍ਰੇਮ ਪਰਵਾਨੜੇ ਸਿੱਖ ਵੀਰ ਓਵਰਸੀਅਰ ਦੇ ਘਰ ਉੱਤੇ ਵੀ ਪਿਕਟਾਂ ਲੱਗ ਗਈਆਂ, ਇੱਥੋਂ ਤਾਈ ਕਿ ਤਲਾਸ਼ੀ ਹੋਣ ਦਾ ਤੌਖਲਾ ਵੀ ਤਾਰੀ ਹੋ ਗਿਆ। ਮੁਲਾਕਾਤ ਕਾਦੀ ਹੋਈ? ਮੁਲਾਕਾਤੀਆਂ ਉੱਪਰ ਇੱਕ ਕਹਿਰ ਵਰਤਿਆ। ਮੁਲਾਕਾਤੀਆਂ ਦੀ ਆਓ ਭਗਤ ਕਰਨ ਹਾਰੇ ਪ੍ਰੇਮ ਨੂੰ ਹਬਸਦਮ ਕੀਤਾ ਗਿਆ, ਪਰ ਪ੍ਰੇਮੀ ਆਪਣੇ ਪ੍ਰੇਮ ਟੇਵੇ ਤੋਂ ਕਦ ਟਲਦੇ ਹਨ। ਮੁਲਾਕਾਤ ਦਾ ਨਜ਼ਾਰਾ ਦਰਸ਼ਕਾਂ ਲਈ ਸਹਿਮਨਾਕ ਸੀ। ਉੱਪਰੋਂ ਤਾਂ ਮੁਲਾਕਾਤ ਦੇ ਬੜੇ ਮੀਨਾਕਾਰੀ ਬਾਜ਼ਾਰ ਅਤੇ ਸਬਜ਼ ਬਾਗ ਦਿਖਾਏ ਗਏ। ਜੇਲਰ ਦੇ ਨਕਸ਼ੋ ਨਗਾਰੀ ਜੇਲ੍ਹ ਬਹਾਰੀ ਕਮਰੇ ਵਿੱਚ ਲੰਮੇ ਲੰਮੇ ਮੇਜ਼ ਢਹਾਏ ਗਏ। ਲਾਮੀ ਦੋਹੀਂ ਪਾਸੀਂ ਭਾਂਤੋ ਭਾਂਤ ਕੁਰਸੀਆਂ ਢਹਾਈਆਂ ਗਈਆਂ। ਸਿਰੇ ਤੇ ਸਭ ਦੇ ਸਿਰ ਉੱਪਰ ਜੇਲਰ ਆਪਣੀ ਸ਼ਾਹਾਨਾ ਕੁਰਸੀ ਢਹਾ ਕੇ ਬਹਿ ਗਿਆ। ਜੇਲਰ ਦੇ ਸੱਜੇ ਪਾਸੇ ਵਾਲੀਆਂ ਕੁਰਸੀਆਂ ਦੀ ਕਤਾਰ ਉੱਤੇ ਮੁਲਾਕਾਤੀਆਂ ਨੂੰ ਬਿਠਾਇਆ ਗਿਆ। ਉਹਦੇ ਖੱਬੇ ਪਾਸੇ ਦੀ ਕਤਾਰੋ ਕਤਾਰ ਕੁਰਸੀਆਂ ਮੇਰੇ ਅਤੇ ਦੋਹਾਂ CID ਇੰਸਪੈਕਟਰਾਂ ਦੇ ਬੈਠਣ ਵਾਸਤੇ ਖਾਲੀ ਛੱਡੀਆਂ ਹੋਈਆਂ ਤੇ ਬਾਕੀ ਦੀਆਂ ਉੱਤੇ ਜੇਲਰ ਦੇ ਹੋਰ ਦੂਤ ਬੈਠੇ ਹੋਏ ਸਨ। ਮੁਲਾਕਾਤੀਆਂ ਨੂੰ ਪਹਿਲਾਂ ਅੰਦਰ ਬੁਲਾਇਆ ਗਿਆ। ਮੈਨੂੰ ਜਦੋਂ ਜੇਲ੍ਹ ਦੂਤ ਜੇਲ੍ਹ ਅੰਦਰੋਂ ਲੈ ਕੇ ਉਸ ਮੁਲਾਕਾਤ ਦੇ ਕਮਰੇ ਵਿੱਚ ਵੜੇ ਤਾਂ ਨਾਲ ਹੀ CID ਦੇ ਇੰਸਪੈਕਟਰ ਵੀ ਆਣ ਬੜੇ। ਉਹਨਾਂ ਨੇ ਛਪਾ ਛਪ ਆਪੋ ਆਪਣੀਆਂ ਕੁਰਸੀਆਂ ਸਾਂਭ ਲਈਆਂ। ਦੋਹਾਂ ਦੇ ਵਿਚਕਾਰ ਮੇਜ਼ ਕੰਧ ਨੂੰ ਉਰਾਰਲੀ ਕਤਾਰ ਵਿੱਚ ਮੇਰੀ ਕੁਰਸੀ ਰਿਜ਼ਰਵ ਰੱਖੀ ਹੋਈ। ਮੇਰੇ ਅੰਦਰ ਵੜਨ ਸਾਰ ਹੀ ਸਾਰੀਆਂ ਮੁਲਾਕਾਤੀ ਰੂਹਾਂ ਉੱਠ ਕੇ ਖੜੀਆਂ ਹੋ ਗਈਆਂ। ਮੈਂ ਕੁਦਰਤੀ ਮਾਸੂਮ ਰੂੜੀਆਂ ਆਪਣੇ 12 ਸਾਲਾਂ ਬੱਚੇ ਅਤੇ 10 ਸਾਲਾ ਬੱਚੀ ਨੂੰ ਪਿਆਰ ਦੇਣ ਲਈ ਅਗਾਹਾਂ ਉਹਨਾਂ ਵੱਲ ਨੂੰ ਲਪਕਿਆ। ਮੇਜ਼ ਵਾਲੀ ਕੰਧ ਦੀ ਪਰਲੀ ਤਰਫ ਨੂੰ, ਜਿੱਥੇ ਕਿ ਮੇਰੇ ਲਖਤੇ ਜਿਗਰ ਬੈਠੇ ਸਨ, ਜਾਣ ਲਈ ਸਿਰਫ ਉੱਥੋਂ ਦੀ ਹੀ ਰਸਤਾ ਸੀ ਜਿੱਥੇ ਕਿ ਵਿਚਾਲੇ ਕੁਰਸੀ ਡਾਹੀ ਜੇਲਰ ਬੈਠਾ ਸੀ। ਮੈਂ ਲੰਘਣ ਲੱਗਾ ਤਾਂ ਜੇਲਰ ਨੇ ਲੰਘਣ ਨਾ ਦਿੱਤਾ ਅਤੇ ਮੇਰਾ ਰਾਹ ਰੋਕ ਲਿਆ। ਮੈਂ ਉੱਤੋਂ ਦੀ ਬਾਂਹ ਪਸਾਰ ਕੇ ਪਿਆਰ ਦੇਣ ਲੱਗਾ ਤਾਂ ਜੇਲਰ ਨੇ ਬੜੀ ਬੇਰਹਿਮੀ ਨਾਲ ਆਪਣੀਆਂ ਬੱਜਰ ਵਰਗੀਆਂ ਬਾਹਾਂ ਤੇ ਲੱਤਾਂ ਅੱਗੇ ਢਾ ਦਿੱਤੀਆਂ। ਮੈਂ ਹੈਰਾਨ ਹੋ ਕੇ ਆਖਿਆ, ਇਹ ਕੀ? ਕਿ ਮੇਰੇ ਅਜੀਜ਼ਾਂ ਦੁਲਾਰਿਆਂ ਨੂੰ ਪਿਆਰ ਵੀ ਨਹੀਂ ਦੇਣ ਦਿਓਗੇ, ਜਿਨ੍ਹਾਂ ਨੂੰ ਕਿ ਮੈਂ 11-12 ਵਰ੍ਹਿਆਂ ਪਿੱਛੋਂ ਦੇਖਿਆ ਹੈ, ਜਿਨ੍ਹਾਂ ਨੂੰ ਕਿ ਮੈਂ ਆਪਣੇ ਪਿੱਛੇ ਸ਼ੀਰ ਖੋਰ ਬੱਚੇ ਹੀ ਛੱਡ ਆਇਆ ਸੀ। जेलर बड़ी सख्ती नाल, प्यार नहीं दे सकते, दूर से मिलो, इनके नजदीक मत जाओ। मेरियां अखां गहरियां वेख के क्या करूं, मैनू ऐसा ही हुक्म है, मेरे ऊपर नाराज मत होना।
मैं आख्या, हुक्म किसका है? जेलर, सुपरिटेंडेंट साहिब का। जाओ उसके कमरे में और हुक्म ले आओ, हमको कोई उजर नहीं। मैं उसे वक्त पिछले पैरी मुड़िया ते सिद्धा सुपरिटेंडेंट दे कमरे नूं हो गया। नाल मेरे 2 सिपाही जेलर ने ला दिते। चिक चुक के मैं सुपरिटेंडेंट दे कमरे विच जा वड़िया, जिथे जेल जमराज बैठ रहा सी। मैनू बिना इजाजत कमरे विच वड़े नूं वेख के उसदा मूंह बग्गा हो गया। ए भरी स्पिरिट विच मैं काला काला गया अते काला काला ही जा बोलिया कि मैं अपने मुलाकात करन आए प्यारे दुलारड़े बच्चियां नूं प्यार भी नहीं दे सकदा, उन्हां दा सिर भी नहीं पलो सकदा कि ऐसा जम जुल्मी हुक्म तुसीं चाढ़िया है। मुलाकात कराउणी है कि साका वरताउणा है। मैं ऐसी मुलाकात करके राजी नहीं। जे कराउणी है तां मुलाकात कराउण वाले अपने जेलर नूं हुक्म देवो कि ऐसा जुल्म मत करे। सुपरिटेंडेंट, मैं उसनूं पहलां हुक्म हदायत दे चुका हां। उसदा कुली अख्तियार है, जो कंसैशन चाहे दे सकता है। हुण मैं उसनूं कोई नवां हुक्म देण नूं तैयार नहीं। मैं ਤਾਂ ਇਸ ਦਾ ਤਾਂ ਮਤਲਬ ਇਹ ਹੈ ਕਿ ਇਹ ਜ਼ੁਲਮ ਤੁਸੀਂ ਹੀ ਕਰਾਉਂਦੇ ਹੋ, ਤੁਸੀਂ ਹੀ ਅਜਿਹੀ ਸਖਤੀ ਦਾ ਹੁਕਮ ਦਿੱਤਾ ਹੈ। ਸੁਪਰਿਟੈਂਡੈਂਟ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਮੈਂ ਉਸ ਨੂੰ ਮੁਲਾਕਾਤ ਕਰਾਉਣ ਦੇ ਸਭ ਅਧਿਕਾਰ ਅਖਤਿਆਰ ਦੇ ਛੱਡੇ ਹੋਏ ਹਨ। ਮੈਂ ਉਸ ਦੇ ਇੰਤਜ਼ਾਮ ਵਿੱਚ ਕੋਈ ਦਖਲ ਨਹੀਂ ਦੇਵਾਂਗਾ ਔਰ ਮੈਂ ਹੁਣ ਇਸ ਤੋਂ ਵੱਧ ਫਾਲਤੂ ਗੱਲ ਕਰਨ ਨੂੰ ਤਿਆਰ ਨਹੀਂ। ਜਾਓ, ਮੁਲਾਕਾਤ ਕਰੋ, ਵਕਤ ਮਤ ਗਵਾਓ। मैं पिछले पैरी मुड़ आया ते जेलर नूं आख्या कि सुपरिटेंडेंट ने सब अख्तियार अधिकार मुलाकात दे तुहानू ही दे छड्डे हन। तुहाडे प्रबंध विच ओह कोई दखल नहीं देवेगा। हुण दसो कि चज नाल मुलाकात करन देनी है कि नहीं। जेलर, अच्छा मुलाकात तां करो, मुलाकात पिछों फिर प्यार भी दे देना। शांति नाल कुर्सी पर बैठ जाओ और बातचीत करो। CID वाले इक्को आवाज नाल, सरदार साहिब बैठ जाओ। हुण तां जेलर साहिब इकरार करदे हन कि मुलाकात पिछों मिल गिल लैणा। मैं इंस्पैक्टरां नूं मुखातब होके, इन्हां जेल वालियां दा इतबार कोई नहीं, इहो जिहे कई इकरार इन्हां खाधे पीते होए हन। इंस्पैक्टर, हुण तां असीं तुहाडी हमायत करांगे। असीं जिम्मेवार हां, तुसीं गलबात करो, वक्त ना खुंजाओ। उन्हां दे कहे सुने मैं बैठ गया। मेरे बैठण पर मेरे मुलाकाती भी बैठ गए, जो कि उदों दे हुण ताईं खड़ोते ही सी। अजे मसां सुख सांद ही पुछी सी कि जेलर अपनी जेब घड़ी कढ के दिखाउण अते कहण लगा कि अद्धा घंटा हो गया है। होए अजे 15 मिनट ही सन, पर उसने रिहाड़ी झगड़े वाले मिनट भी मुलाकात विच ही गिणे। मैं अजे तां 15 मिनट भी नहीं होए, तकरार वाले मिनट भी विचे गिणे गए हन। जेलर, इस विच मेरा तां कोई कसूर नहीं, तुसीं ही फालतू वक्त खराब कीता। सानू इत्थे बैठियां नू अद्धा घंटा हो गया है। आम कैदियां नू असीं केवल 5 मिनट ही दिंदे हां। मैं तुहाडा मेरे नाल इकरार है कि खुला वक्त दिता जावेगा, जिस तरह कि हजारी बाग जेल विच दिता गया सी। जेलर, इकरार दी बाबत सुपरिटेंडेंट साहिब से पूछो, मैनू तां इतना ही हुक्म है। मैं आख्या, तुसी उदों उन्हां दे नाल ही बैठे सी जदों कि खुला वक्त देण दा इकरार कीता सी, बल्कि तुसी दोहां ने एक जबान हो के संजीदा इकरार कीता सी। हुण तुसी इस तों फिरदे हो। जेलर, मैं तां हुक्म दा बंदा हां। जिहड़ा मैनू सुपरिटेंडेंट साहिब ने हुक्म दिता है उसे दी तामील करांगा। तुसी उन्हां तों फेर जाके पुछो। मैं फेर ढाई करके सुपरिटेंडेंट दे कोल पहुंचिया अते जा दड़किया के आख्या, त्रिग है तुहाडे कीते करार उत्ते। मैनू यह पता हुंदा तां मैं कदे भी मुलाकातियां नू इतनी दूर चल के आउण ना दिंदा। आपने जोर दिता सी कि जरूर मंगाओ, खुला वक्त दिता जावेगा। इस हौसले मैं मुलाकातियां नू तुहाडे राही तार भी भेजी। आप दा लिखती करार अते तार हुण साडे पास नहीं तां तुहानू बड़ी ही शर्मसारी उठाउणी पैंदी। सुपरिटेंडेंट, हुण की गल होई, क्यों इतने जोश विच आए हो? मैं आख्या, आवां ना तां होर की करां, तुहाडा गैजो गजब मैनू जोश विच लिया रहा है। सुपरिटेंडेंट, पर गल की होई? मैं आख्या, सिर्फ 15 मिनट मुलाकात दे दिते हन,
ਜੇਲਰ ਕਹਿੰਦਾ ਹੈ ਕਿ ਬੜੇ ਸਾਹਿਬ ਦਾ ਮੈਨੂੰ ਇਤਨਾ ਹੁਕਮ ਸੀ। ਸੁਪਰਿੰਟੈਂਡੈਂਟ ਰਣਧੀਰ ਸਿੰਘ, ਮੈਂ ਤਾਂ ਉਸ ਨੂੰ ਖੁੱਲੇ ਅਖਤਿਆਰ ਦਿੱਤੇ ਹਨ। ਉਹ ਜੇ ਚਾਹੇ ਔਰ ਵੀ ਵਕਤ ਦੇ ਸਕਦਾ ਹੈ। ਤੁਸੀਂ ਖੁਦ ਮੁਲਾਕਾਤ ਕਰਾਉਣ ਦਾ ਇਕਰਾਰ ਕੀਤਾ ਸੀ ਅਤੇ ਕਿਹਾ ਸੀ ਕਿ ਖੁੱਲਾ ਵਕਤ ਦੇਵਾਂਗਾ। ਸੁਪਰਿੰਟੈਂਡੈਂਟ ਰਣਧੀਰ ਸਿੰਘ, ਮੇਰੀ ਪੋਜੀਸ਼ਨ ਬੜੀ ਹੀ ਕੋਝੀ ਹੋ ਗਈ ਸੀ। ਕੋਈ ਗੁੱਲ ਖਿਲ ਜਾਂਦਾ ਤਾਂ ਮੈਂ ਮਾਰਿਆ ਜਾਂਦਾ। ਮੈਂ ਉੜਕ ਦੇਸੀ ਹੀ ਹਾਂ। ਕੀ ਹੋਇਆ ਜੇ ਇਸ ਅਹੁਦੇ ਉੱਤੇ ਲੱਗਾ ਹੋਇਆ ਹਾਂ? ਕੀ ਤੁਸੀਂ ਮੇਰਾ ਅਹੁਦਾ ਤੁੜਾਉਣਾ ਚਾਹੁੰਦੇ ਹੋ? ਤੁਹਾਨੂੰ ਪਤਾ ਹੈ ਕਿ ਮਾਸਟਰ ਮੋਤਾ ਸਿੰਘ ਦੀ ਮੁਲਾਕਾਤ ਸਮੇਂ ਮਜ਼ਮੂਨ ਬਾਹਰ ਨਿਕਲ ਗਏ ਅਤੇ ਛਪ ਗਏ ਸਨ। ਉਦੋਂ ਜੋ ਕੁਝ ਮੇਰੇ ਨਾਲ ਬੀਤੀ ਹੈ ਸੋ ਮੈਂ ਹੀ ਜਾਣਦਾ ਹਾਂ। ਮਸਾ ਆਪਣਾ ਖਹਿੜਾ ਛੁਡਾਇਆ ਸੀ। ਬਾਬਾ ਤੋਂ ਹੱਥੋਂ ਰੱਬ ਡਰਿਆ। ਜਾਓ ਜਾ ਕੇ ਜੇਲਰ ਨਾਲ ਸੁਲਝ ਲਓ। ਉਹ ਯੂਰਪੀਨ ਹੈ। ਗੱਲ ਪਈ ਫਾਹੀ ਆਪੇ ਨਿਬੇੜ ਲਏਗਾ। ਜੇ ਵਕਤ ਹੋਰ ਦਿੰਦਾ ਹੈ ਨਰਮ ਹੋ ਕੇ ਲੈ ਲਵੋ। ਉਸਦੇ ਤਰਲੇ ਕਿਸੇ ਨੇ ਨਹੀਂ ਕੱਢਣੇ, ਨਾ ਹੀ ਮਿੰਨਤ ਸਮਾਜਤ ਕਰਨੀ ਹੈ। ਆਪਣੇ ਹੱਕਾਂ ਲਈ ਵੰਗਾਰਨਾ ਹੈ। ਅੱਛਾ, ਸਾਡਾ ਵੀ ਵਕਤ ਆਊਗਾ। ਯਾਦ ਰੱਖੋ, ਤੁਹਾਡੀਆਂ ਕੀਤੀਆਂ ਅਨਿਆਈਆਂ ਅਨੀਤੀਆਂ ਤੁਹਾਨੂੰ ਸਭ ਭੁਗਤਣੀਆਂ ਪੈਣਗੀਆਂ। ਇੰਨਾ ਕਹਿੰਦਾ ਹੋਇਆ ਮੈਂ ਉਸ ਕਮਰੇ ਵਿੱਚੋਂ ਵਿਦਾ ਹੋ ਆਇਆ। ਮੇਰੇ ਉੱਥੋਂ ਆਉਂਦੇ ਨੂੰ ਜੇਲਰ ਕੁਛ ਨਰਮ ਹੋਇਆ ਵਿਆ ਸੀ ਅਤੇ ਕੁਛ CID ਦੇ ਇੰਸਪੈਕਟਰਾਂ ਸਿਫਾਰਿਸ਼ ਕੀਤੀ ਤਾਂ 15 ਕੁ ਮਿੰਟ ਹੋਰ ਦਿੱਤੇ। ਪਰ ਇਹਨਾਂ ਮਿੰਟਾਂ ਸਕਿੰਟਾਂ ਨਾਲ ਕੀ ਬਣਦਾ ਸੀ? ਬਰਸਾਂ ਦੇ ਗੁਬਾਰ ਇੱਕ ਅੱਧ ਘੰਟੇ ਵਿੱਚ ਕਿਵੇਂ ਨਿਕਲ ਸਕਦੇ ਸਨ? ਪੰਥਕ ਸਮਾਚਾਰ ਤੇ ਦੇਸ਼ ਦਾ ਬਾਹਰ ਬੀਤ ਰਿਹਾ ਹਾਲ ਤਾਂ ਉਸਨੇ ਸਾਨੂੰ ਕੀ ਪੁੱਛਣ ਗਿੱਛਣ ਦੇਣਾ ਸੀ। ਸਗੋਂ ਉਸਨੇ ਤਾਂ ਸਾਡੀ ਘਰੋਗੀ ਮੁਲਾਕਾਤ ਬਾਬਤ ਵੀ ਰੱਜ ਕੇ ਅਤੇ ਖੁੱਲ੍ਹ ਕੇ ਗੱਲਬਾਤ ਨਹੀਂ ਹੋਣ ਦਿੱਤੀ। ਸਭਨਾਂ ਸੰਬੰਧੀਆਂ ਰਿਸ਼ਤੇਦਾਰਾਂ ਦੀਆਂ ਗੱਲਾਂ ਵੀ ਟੋਕ ਟੁਕਾਈ ਅਤੇ ਰੋਕ ਰੁਕਾਈ ਨਾਲ ਹੋਣ ਦਿੱਤੀਆਂ। ਉੜਕ ਪੂਰੇ ਹੋਰ 15 ਮਿੰਟ ਗੁਜ਼ਰਨ ਪਛਾਤ ਜੇਲਰ ਨੇ ਜਬਰਨ ਮੁਲਾਕਾਤ ਦੀਆਂ ਵੰਜਲੀਆਂ ਠੱਪ ਦਿੱਤੀਆਂ। ਪਰਸਪਰ ਫਤਿਹ ਗਜਾਉਣ ਦੀ ਵੀ ਹੋਸ਼ ਨਾ ਰਹੀ। ਦੋ ਤਰਫੀ ਹਸਰਤ ਦੀਆਂ ਨਿਗਾਹਾਂ ਹੀ ਗੱਡੀਆਂ ਰਹਿ ਗਈਆਂ। ਮਸਾ ਮਾੜਾ ਜਿਹਾ ਸਿਰ ਪਲੋਸਣ ਦਿੱਤਾ ਬੱਚਿਆਂ ਦਾ, ਉਹ ਵੀ ਮੇਜ਼ ਦੇ ਉੱਪਰ ਦੀ ਬਾਹਾਂ ਪਸਾਰ ਕੇ। ਬੱਚੇ ਜੋ ਬੁੱਕਲ ਵਿੱਚ ਬੈਠ ਕੇ ਪਿਆਰ ਲੋਰੀਆਂ ਲੈਣ ਦੀਆਂ ਸਿੱਕਾਂ ਸਿੱਖਦੇ ਆਏ ਸਨ, ਸੋ ਵਿਚਾਰਿਆਂ ਦੀਆਂ ਵਿੱਚੇ ਹੀ ਰਹਿ ਗਈਆਂ। ਵਿਚਾਰੇ ਸੁੰਦਰ ਸਿੰਘ ਮਹਿੰਦਰ ਮਿਰਗਿੰਦ ਨਾਲ ਹੱਥ ਮਿਲਾਉਣੇ ਅਤੇ ਪਿਆਰ ਵਟਾਉਣੇ ਨਾ ਮਿਲੇ। ਸਬਰ ਦਾ ਘੁੱਟ ਪੀ ਕੇ ਬਾਹਰ ਨਿਕਲ ਜਾਂਦੇ ਕਲੇਜਿਆਂ ਵਿੱਚ ਘਸੁੰਨ ਦੇ ਕੇ ਆਸ ਨਿਰਾਸੇ ਸਭ ਜਣੇ ਮੁਲਾਕਾਤੀ ਕਮਰੇ ਤੋਂ ਬਾਹਰ ਨਿਕਲ ਗਏ। ਬਾਲ ਮਾਸੂਮੀ ਮੂਰਤਾਂ ਬਿਟ ਬਿਟ ਤੱਕਦੀਆਂ ਹੀ ਅੱਖਾਂ ਦੇ ਓਹਲੇ ਕਰ ਲਈਆਂ ਗਈਆਂ। ਮੈਨੂੰ ਵੀ ਬਿਰਹੇ ਵੈਰਾਗ ਦੇ ਬਾਵਰਾਪਣ ਵਿੱਚ ਉਸੇ ਕਾਲ ਕੋਠੜੀ ਵਿਖੇ ਲਿਆ ਵਾੜਿਆ ਗਿਆ। ਇਸ ਵੈਰਾਗ ਦੇ ਨਾਮ ਅਭਿਆਸ ਦੀ ਜਾਗ ਹੋਰ ਵੀ ਨਵਰੰਗੀ ਚੜਾਓ ਵਿੱਚ ਲਾ ਦਿੱਤੀ। ਬਿਰਹੇ ਦਾ ਨਵ ਜਾਗ ਲੱਗੇ ਅਤੇ ਪ੍ਰੇਮ ਪਾਗੇ ਬਾਣਾ ਨੇ ਰਸ ਜੋਤ ਵਿਗਾਸੀ ਨਾਮ ਅਭਿਆਸ ਨੂੰ ਹੋਰ ਵੀ ਦਹਿ ਦੁਣੇ ਨਾਮ ਰੰਗਾਂ ਵਿੱਚ ਸਹਿਜਾਈ ਦਿੱਤਾ। ਕਾਂਗ ਤੇ ਕਾਂਗ ਉੱਠੇ ਸੁਰਤ ਇਨਕਸਾਫੀ ਆਤਮ ਉਗੜਾਓ ਸਹਿਲਾ ਹੀ ਜੇਲ੍ਹ ਦੀ ਦੀਵਾਰ ਦੇ ਉਰਵਾਰ ਪਾਰ ਜਾ ਪਸਰਿਆ। ਲਿਵਡੋਰੀ ਦੀ ਬਿਹੰਗਮ ਉਡਾਰੀ ਤਰੋ ਤਰਬ ਤੁੰਗਣੇ ਢੋਲੜਿਆਂ ਦੇ ਨਕਸ਼ੇ ਪਾਕ ਦੇ ਪਿੱਛੇ ਲੱਗ ਤੁਰੀ। ਰਹਿਰਾਸ ਦੇ ਸਮੇਂ ਤਾਈਂ ਇਹ ਰੰਗ ਬੱਜੇ ਤੇ ਸਹਿਜ ਸਮਝੇ ਰਹੇ। ਸਾਵਧਾਨਤਾ ਹੋਈ। ਸੋਦਰ ਦੇ ਨਿਤਨੇਮ ਗੁਪਤ ਆਨੰਦੀ ਖੇਮ ਵਿੱਚ ਖਿਵੇ ਖੜੇ। ਅਰਦਾਸ ਬੇਨਤੀਆਂ ਦਾ ਉਸ ਦਿਨ ਖਾਸ ਆਨੰਦ ਖੇੜਾ ਵਿਕਸਿਆ। ਅਰਦਾਸ ਸਮਾਪਤੀ ਪਛਾਤ ਹੀਤ ਚੀਤ ਮੀਤ ਅਤੇ ਆਤਮਜ ਰੂਹੜੀਆਂ ਫੇਰ ਹਿੱਕ ਤੇ ਆ ਚੜੀਆਂ ਅਤੇ ਦਿਬ ਦੀਦ ਸਨਮੁਖ ਆ ਖੜੀਆਂ। ਵਿਸੂਰ ਨੇ ਵਸੂਰ ਝੂਰ ਰਹੀਆਂ ਹਨ। ਮਾਨੋ ਇਹ ਸਿੱਖ ਸਦਰਾਂ ਬਿਨੇ ਪਾਏ ਜਾਣਾਏ ਰਹੀਆਂ ਹਨ ਕਿ ਮੁਲਾਕਾਤ ਤੋਂ ਸੰਤੁਸ਼ਟਾ ਨਹੀਂ ਹੋਈ। ਪਰਮਾਰਥ ਆਰਥੀ ਰਾਜ਼ੋ ਨਿਆਜ਼ ਦੇ ਖੁੱਲਣੇ ਨਹੀਂ ਖੁੱਲੇ। ਨਿਜ ਹਸਤੀ ਲਿਖਤ ਨਿਸ਼ਾਨਿਆਂ ਦੀਆਂ ਲੋਚਾਂ ਲੋਚ ਰਹੀਆਂ ਹਨ। ਇੱਕ ਅੱਖ ਦੇ ਫੋਰ ਵਿੱਚ ਕਿਰਤਾਸ ਸੁਰਮਈ ਲਿਖਣ ਸਮੱਗਰੀ ਦਸਤਿਆਬ ਹੋ ਗਈ ਅਤੇ ਪ੍ਰੇਮ ਵੈਰਾਗ ਪਾਤੜੀ ਦੀ ਲਿਖਤ ਆਰੰਭ ਹੋ ਗਈ। ਕਈ ਪੱਤਰੇ ਪਰੋਤੇ ਗਏ। ਇਸ ਨੂੰ ਬਾਹਰ ਪਠਾਉਣ ਦੀਆਂ ਚਿਤਵਨੀਆਂ ਚਿਤਵ ਹੀ ਰਿਹਾ ਸੀ ਕਿ ਪੁਰਖ ਵਿਧਾਤੇ ਨੇ ਬਿੱਦ ਬਣਾ ਹੀ ਦਿੱਤੀ ਅਤੇ ਬਣਾਈ ਵੀ ਬੜੀ ਅਨੋਖੀ ਪਰ ਔਖੀਆਂ ਘਾਟੀਆਂ ਲੰਘ ਕੇ ਸਿਰੇ ਚੜ੍ਹਨ ਵਾਲੀ। ਮੈਨੂੰ ਸਾਨ ਗੁਮਾਨ ਹੀ ਨਹੀਂ ਸੀ ਕਿ ਕੋਈ ਬਿੱਦ ਬਣ ਸਕੇਗੀ।
बड़ा कठिन समा सी, बड़ियां करड़ाइयां बड़ियां सख्तियां होए रहियां सन। खासा मूंह हनेरा होया होया सी कि देखदा हां कि मलकड़े जिहे एक कसमैले खाकी कपड़ियां वाला प्रेमी जन मेरी कोठी दे जंगले कोल बाहर-वार आण खलोता। मैं हैरान होया कि इतनी जिम्मेवार पोजीशन वाला सज्जन इस वेले आया तां किवें आया है। हो नहीं सकदा कि ऐस अड़े समय किसी दर्द रंझावणे हमदर्द पुरुष तो बिना कोई नेड़े टुके। मैं हैरत आमेज होके पुछया, प्यारे मान्यवर प्रेमी हमदर्द जी इस वेले किवें आवणे होए? प्रेमी सज्जन, धन है तुहाडा जिगरा, एडे जिगरे वाले हो ताही तां एडे एडे जफर जाले हन, नहीं तां होर किसे दी की परोखो है। अज दी तुहाडी मुलाकात ने बड़ा सांग वरताया है, बड़ा ही दर्दनाक नजारा सी। मेरा तां हिरदा विन्निया गया। ऐसा कोई दर्शक नहीं सी कि आप दे बच्चियां दे सहमनाक निरासता भरे उदरेवे नूं देख के द्रवीभूत ना होया होवे। मेरे तां घंटियां बद्धी हंझू नहीं सुके। हुण भी जद ओह दर्दनाक समा याद आउंदा है, मेरे मल्लो मल्ली आंसू निकल जांदे हन। मैं भी बच्चियां वाला हां, मेरे भी इतने सोहणे सुंदरीले बाल हन, पर ओह एक छिन भी मेरे बिना जी नहीं सकदे। जद मैं ड्यूटी वजा के घर जांदा हां तां मैनूं हाबड़ के मिलदे हन, लाड प्यार नाल मैनूं चिम्मड़ जांदे हन। जिन्ना चिर मैं उन्हां नूं लाड लोरियां ना देवां ओह मैनूं छड्डदे ही नहीं। पल पल पिछों लाड लवणियां लोचदे हन। जिन्हां ने बरसां बद्धी अपने पिता दा प्यार लाड लिया ही नहीं, जिन्हां ने पिता ने 11 12 साल अपने लाड दुलारियां नूं अपनी नैणी देखिया ही नहीं, गले नहीं लाया, 12 वरियां पिछों भी अखियां तक तक के ठंडियां नहीं कीतियां अते छाती सीतल नहीं कीती, खुलियां गल्लां नहीं कीतियां अते तोतलियां मिठ बातड़ियां नहीं सुनियां। उन्हां दा हिया धन नहीं तां होर की है। मेरा कलेजा फटदा जांदा है, विचों निकलदा है, निकल निकल के मूंह नूं आउंदा है। हे सूरबीर कौम दे संत सिपाही देश भगत जी, तुसी सच करके जाणो, यह जेल जगमणी दारोगे अते सुपरिटेंडेंट ओह बुच्चड़ अते बकर कसाई हन जो ਪਹਿਲਾਂ ਫੋਤਿਆਂ ਨੂੰ ਕੱਟ-ਕੱਟ ਕੇ ਬਿਸਮਲ ਦਾ ਤਮਾਸ਼ਾ ਦੇਖਦੇ ਹਨ, ਜਾਨ ਪਿੱਛੋਂ ਕੱਢਦੇ ਹਨ, ਪਹਿਲਾਂ ਫੋਤੇ ਵੜਦੇ ਹਨ। ਇਹਨਾਂ ਦਾ ਅੰਤ ਸ਼ਕਰਨ ਜ਼ੁਲਮ ਕਰ ਕਰਕੇ ਪਥਰਾ ਗਿਆ ਹੈ। ਇਹਨਾਂ ਵਿਖੇ ਦਰਦ, ਰਹਿਮ ਅਤੇ ਪੀਰ ਪਰਾਈ ਦਾ ਅਹਿਸਾਸ ਹੀ ਨਹੀਂ ਰਿਹਾ। ਮੈਂ ਇਸ ਘੜੀ ਆਪਣਾ ਕਲੇਜਾ ਫੜੀ ਆਇਆ ਹਾਂ। ਤੁਸੀਂ ਮੈਨੂੰ ਦੱਸੋ ਕਿ ਕੀ ਮੈਂ ਕੋਈ ਤੁਹਾਡਾ ਦਰਦ ਕਿਸੇ ਤਰ੍ਹਾਂ ਵੰਡ ਸਕਦਾ ਹਾਂ? कोई संदेशा खास है तो मैनू दिओ, मैं बाहर हुणे पुजा सकदा हां। मैं तुहाडी इस हमदर्दी दा बड़ा ही मशकूर हां अते प्रेर के सतगुरु ने इस लोड़वंदे समय तुसानू मेरे पास पहुंचाया भी ऐन वेले सिर है। पर मैं आप सारखे हमदर्दी सज्जण नू किसे झमेले विच पाउणों झिझकदा हां। प्रेमी हमदर्द, आप हुक्म तां करो, मैं जान हूल के भी आप दा काम करांगा। मैं आख्या, प्रेमी हमदर्द जी, 4 चुफेरे तां पिकटां पैरे लगे हुए सुणीदे हन, आप किस बिद तोड़ पहुंचा सकदे हो? प्रेमी हमदर्द, तुसी दसो तां सही, जाना कित्थे है? जिथे ओह उतरे हुए हन। तुसी यह फिकर ना करो, मैं जिथे भी होणगे उत्थे पहुंचाऊंगा अते बिजला सिंह बन के पहुंचाऊंगा। यह मैनू पता ही है कि थां थाई सड़कां ते सारे राहां उत्ते पहरे धुर ठिकाणियां ताईं लगे हन, पर मैं भी भेस बदल के रुपोश हो के साइकल दी बत्ती बुझा के सब दे कोलों दी छुरक दे के लंघ जावांगा अते आप दा संदेशा पुजा के आवांगा, भावें मैनू मुड़दे नू अद्धी रात ही क्यों ना हो जावे। प्रेमी हमदर्द दी युक्ति अते हिम्मत सुण वेख के मैं निश्चिंत होके उसनू लिख के तैयार की हुई पाती फड़ा दिती। उसने लैके कुंद गोशे कीती अते हथ मिला के मेरा हथ अपने सीस ते रख के असीसा मंगदा होया अपने उपकार मोर्चे उत्ते तुरदा लगा। जो पातियां मैं उसदे राही घल्लियां ओह अते होर जो कुछ दिनां पिछों जेल अफसरां राही घल्लियां ओह गृहस्थ आश्रम दे प्रेम पांदियां लई अपार दिलचस्पी जनक जेल जुल्मां दा भी हूबहू हुलिया उतार के दसन वालियां हन। मुलाकातां दी हकतलफी वाले जुल्म नूं चुक्कण लई अते साडे रोह नूं रंजक ठंडा करन लई
ਸਾਨੂੰ ਜੇਲ੍ਹ ਵਾਲਿਆਂ ਨੇ ਇਸ ਤੋਂ ਉਪਰੰਤ ਚਿੱਠੀਆਂ ਦੇ ਥਾਂ ਲੰਮੀਆਂ ਚਿੱਠੀਆਂ ਮਨ ਭਾਉਣੇ ਵਿਸਥਾਰ ਨਾਲ ਲਿਖਣ ਦਾ ਹੱਕ ਦੇ ਦਿੱਤਾ, ਬਸ਼ਰਤੇ ਕਿ ਕੋਈ ਗੱਲ ਜੇਲ੍ਹ ਦੇ ਵਿਰੁੱਧ ਅਤੇ ਜੇਲ੍ਹ ਦੇ ਜ਼ੁਲਮ ਵਾਲੇ ਸਲੂਕ ਨਸ਼ਰ ਕਰਨ ਵਾਲੀ ਨਾ ਲਿਖੀ ਜਾਵੇ, ਪਰ ਸਿਰਫ 3 ਮਹੀਨੇ ਵਿੱਚ 2 ਵਾਰੀ ਲਿਖਣ ਦੀ ਪਾਬੰਦੀ ਲਗਾ ਦਿੱਤੀ। ਪਰ ਅਸੀਂ ਚਾਹੇ 30 ਸਫ਼ੇ ਦੀਆਂ ਚਿੱਠੀਆਂ ਲਿਖ ਦਈਏ, ਉਹ ਜ਼ਰਾ ਵੀ ਨਾ ਜਿਮਕਣ। ਮੁਲਾਕਾਤ ਵਾਲਾ ਜ਼ੁਲਮ ਕਰਕੇ ਜਰਾ ਯਰਕੇ ਹੋਏ ਸਨ ਅਤੇ ਆਪਣੇ ਬਾਰੇ ਜਰਾ ਚੰਗੀ ਹਵਾ ਬੰਨਣਾ ਚਾਹੁੰਦੇ ਸਨ, ਜੋ ਉਹ ਬਿਨਾਂ ਦਰੇਗ ਸਾਡੀਆਂ 20-30 ਪੰਨਿਆਂ ਵਾਲੀਆਂ ਪਾਤੀਆਂ ਭੇਜ ਦਿੱਤਾ ਕਰਨ, ਪਰ ਭੇਜਿਆ ਕਰਨ ਸੈਂਸਰ ਕਰਾ ਕੇ। ਪਰ ਸੈਂਸਰ ਕਰਨ ਵਾਲੇ ਵੀ ਐਸੇ ਹੁਸ਼ਿਆਰ ਕਿ ਉਹਨਾਂ ਨੂੰ ਸੈਂਸਰ ਕਰਨੀ ਹੀ ਨਾ ਆਵੇ। ਹੁਕਮ ਤਾਂ ਇਹ ਸੀ ਕਿ ਸੈਂਸਰ ਡਿਪਾਰਟਮੈਂਟ ਵਾਲੇ ਸਾਰੀ ਚਿੱਠੀ ਦਾ ਲਫ਼ਜ਼ ਬ ਲਫ਼ਜ਼ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਭੇਜਣ, ਪਰ ਐਡੀਆਂ ਲੰਮੀਆਂ ਚਿੱਠੀਆਂ ਦੇ ਤਰਜਮੇ ਕਰਨ ਦੀ ਤਕਲੀਫ ਉਠਾਉਣ ਨੂੰ ਕੌਣ ਗਵਾਰਾ ਕਰੇ। ਫਿਰ ਪੰਜਾਬੀ ਜ਼ੁਬਾਨ ਦੀਆਂ ਗੁਰਮੁਖੀ ਅੱਖਰਾਂ ਵਿੱਚ ਲਿਖੀਆਂ ਹੋਈਆਂ ਇਹਨਾਂ ਚਿੱਠੀਆਂ ਨੂੰ ਕੋਈ ਉਸ ਜ਼ਬਾਨਦਾਨੀ ਦਾ ਮਾਹਰ ਹੀ ਤਿਨਾਂ ਦਾ ਅਸਲੀ ਭਾਵ ਸਮਝ ਕੇ ਤਰਜਮਾ ਕਰ ਸਕਦਾ ਸੀ। ਅੱਕ ਥੱਕ ਕੇ ਸੈਂਸਰ ਵਾਲਿਆਂ ਨੇ ਚਿੱਠੀ ਦਾ ਮੁਕਤਸਰ ਭਾਵ ਹੀ ਅੰਗਰੇਜ਼ੀ ਵਿੱਚ ਲਿਖ ਭੇਜਣਾ ਸ਼ੁਰੂ ਕਰ ਦਿੱਤਾ, ਪਰ ਇਹ ਮਨੋਮਨੀ ਦਾ ਭਾਵ ਹੀ ਹੁੰਦਾ ਸੀ। ਇਸ ਤੋਂ ਅਸਲ ਮਤਲਬ ਨਹੀਂ ਹੱਲ ਹੁੰਦਾ ਸੀ, ਜਿਸ ਦਾ ਨਤੀਜਾ ਇਹ ਸੀ ਕਿ ਇਹਨਾਂ ਚਿੱਠੀਆਂ ਵਿੱਚ ਹੀ ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਹੀ ਜੇਲ੍ਹ ਵਾਲਿਆਂ ਦੇ ਖਿਲਾਫ ਇਹਨਾਂ ਦੇ ਰਾਹੀਂ ਹੀ ਜਾਣ ਲੱਗ ਪਈਆਂ। ਪਰ ਇਸ ਸਿਲਸਿਲੇ ਵਿੱਚ ਇਹ ਘਾਟਾ ਜ਼ਰੂਰ ਹੋਇਆ ਕਿ ਕਈ ਹਫ਼ਤੇ ਇਹਨਾਂ ਚਿੱਠੀਆਂ ਨੂੰ ਸੈਂਸਰ ਕਰਨ ਵਾਲੇ ਆਪਣੇ ਪਾਸ ਹੀ ਦੱਬੀ ਰੱਖਦੇ ਰਹੇ। ਚੇਤਵਾਨੀ ਪੱਤਰ ਭੇਜਣ ਤੇ ਮਸਾਂ ਉਹਨਾਂ ਸੈਂਸਰ ਕਰਨ ਵਾਲੀ ਡਿਊਟੀ ਬਜਾ ਲਿਆਉਣੀ। ਇਸ ਵਿਧ ਸੈਂਸਰ ਕੀਤੀਆਂ ਹੋਈਆਂ ਚਿੱਠੀਆਂ ਮੁੜ ਕੇ ਜੇਲ੍ਹ ਵਾਲਿਆਂ ਦੇ ਪਾਸ ਆਉਂਦੀਆਂ। ਜੇਲ੍ਹ ਵਾਲਿਆਂ ਨੇ ਇਉਂ ਪਾਸ ਹੋਈਆਂ ਸਮਝੀਆਂ ਚਿੱਠੀਆਂ ਡਿਪਟੀ ਕਮਿਸ਼ਨਰ ਦੇ ਰਾਹੀਂ ਸਾਡੇ ਘਰਾਂ ਨੂੰ ਪਹੁੰਚਾਉਣੀਆਂ। ਉਧਰੋਂ ਘਰਾਂ ਵਾਲਿਆਂ ਨੂੰ ਵੀ ਹੁਕਮ ਸੀ ਕਿ ਸਾਡੀਆਂ ਚਿੱਠੀਆਂ ਦੇ ਉੱਤਰ ਲਿਖ ਕੇ ਡੀਸੀ ਦੀ ਮਾਰਫਤ ਹੀ ਜੇਲ੍ਹ ਵਾਲਿਆਂ ਦੇ ਰਾਹੀਂ ਸਾਨੂੰ ਅਪੜਾਉਣ। ਅਜਿਹੇ ਆਏ ਉੱਤਰਾਂ ਨੂੰ ਜੇਲ੍ਹ ਵਾਲੇ ਫੇਰ ਆਪਣੇ ਹੁਦਰੋਂ ਸੈਂਸਰ ਕਰਾ ਕੇ ਹੀ ਸਾਨੂੰ ਦਿੰਦੇ। ਬਸ ਪੂਰੇ 3 ਮਹੀਨੇ ਇਸ ਆਵਾਜਾਈ ਅਤੇ ਸੈਂਸਰਬਾਜ਼ੀ ਦੇ ਟਕਵੰਜ ਵਿੱਚ ਲੱਗ ਜਾਂਦੇ ਸੀ। ਟੇਢੇ ਵਿੰਗੇ ਤਰੀਕੇ ਨਾਲ ਉਹੀ 3 ਮਹੀਨਿਆਂ ਪਿੱਛੋਂ ਹੀ ਸਾਡਾ ਚਿੱਠੀ ਲਿਖਣ ਦਾ ਹੱਕ ਕਾਇਮ ਰਹਿ ਗਿਆ। ਅਸੀਂ ਕਈ ਵਾਰ ਇਤਰਾਜ਼ ਕੀਤਾ ਤੇ ਜੇਲ੍ਹ ਵਿਜ਼ਿਟਰਾਂ, ਆਫੀਸ਼ੀਅਲਾਂ ਅਤੇ ਨਾਨ ਆਫੀਸ਼ੀਅਲਾਂ ਦੋਹਾਂ ਪਾਸ ਸ਼ਿਕਾਇਤ ਵੀ ਕੀਤੀਆਂ ਕਿ ਘੱਟ ਤੋਂ ਘੱਟ ਸਾਡੀਆਂ ਉਹ ਪ੍ਰਾਈਵੇਟ ਚਿੱਠੀਆਂ ਜੋ ਅਸੀਂ ਆਪਣੀਆਂ ਘਰ ਵਾਲੀਆਂ ਅਰਦੰਗੀਆਂ ਨੂੰ ਲਿਖਦੇ ਹਾਂ, ਉਹ ਤਾਂ ਬਿਲਕੁਲ ਸੈਂਸਰ ਨਹੀਂ ਹੋਣੀਆਂ ਚਾਹੀਦੀਆਂ। ਪਰ ਕੌਣ ਸੁਣਦਾ ਹੈ? ਐਵੇਂ ਹੂੰ ਹਾਂ ਕਰ ਜਾਇਆ ਕਰਨ, ਪਰ ਕਰਨ ਕੁਛ ਨਾ। ਸੁੱਖ ਜੇਲ੍ਹ ਦਿਹਾੜੇ ਕੱਟੇ ਗਏ ਤੇ ਗੁਰੂ ਨੇ ਸੋਹਣੇ ਕਟਾਏ ਅਤੇ ਚੜ੍ਹਦੀਆਂ ਕਲਾਂ ਵਿੱਚ ਕਟਾਏ, ਕਿਸੇ ਦੇ ਦਬੈਲ ਹੋ ਕੇ ਨਹੀਂ ਕੱਟੇ। ਜੇਲ੍ਹ ਵਿੱਚ ਨਜਾਇਜ਼ ਬੱਚਾ ਪੈਦਾ ਹੋਣਾ, ਇਹਨਾਂ ਦੇ ਬਹੁਤ ਅਤਿਆਚਾਰਾਂ ਉੱਤੇ ਅਸੀਂ ਪਰਦਾ ਪਾਉਂਦੇ ਰਹੇ। ਅੰਤ ਆਏ ਤੋਂ ਇਹ ਅਤਿਆਚਾਰ ਕਦੇ ਕਦਾਈ ਪ੍ਰਗਟ ਵੀ ਕਰ ਦੇਣੇ ਪੈਂਦੇ ਰਹੇ, ਜਿਹਾ ਕਿ ਇੱਕ ਵਾਰੀ ਜੇਲ੍ਹ ਦੇ ਫੀਮੇਲ ਵਾਰਡ ਹਾਤੇ ਕੈਦੀ ਜਨਾਨਖਾਨੇ ਵਿੱਚ 3-4 ਸਾਲ ਤੋਂ ਕੈਦ ਹੋਈ ਨੌਜਵਾਨ ਔਰਤ ਨੂੰ ਬੱਚਾ ਪੈਦਾ ਹੋ ਗਿਆ ਅਤੇ ਬੱਚਾ ਵੀ ਗੋਰੀ ਨਸਲ ਅਤੇ ਗੋਰਿਆਂ ਦੇ ਨਕਸ਼ੇ ਨਿਗਾਰ ਵਾਲਾ। ਸਾਰਾ ਜੇਲ੍ਹ ਸਟਾਫ ਵੀ ਤਰਾ ਕਰੇ, ਪਰ ਵੱਡੇ ਜੇਲ੍ਹ ਅਫਸਰਾਂ ਦੇ ਨੋਟਿਸ ਵਿੱਚ ਲਿਆਉਣੋਂ ਸਭ ਕੋਈ ਡਰੇ। ਜੇਲ੍ਹ ਦੇ ਦੇਸੀ ਅਫਸਰ ਅੰਦਰੋਂ ਅੰਦਰੀ ਤਾਂ ਰਿੱਝਦੇ ਰਹਿੰਦੇ ਸੀ, ਪਰ ਕਹਿੰਦੇ ਕਿਸੇ ਪਾਸ ਨਹੀਂ ਸੀ। ਉੜਕ ਉਹਨਾਂ ਨੂੰ ਸਾਡੀ ਓਟ ਤੱਕਣੀ ਪਈ ਅਤੇ ਸਾਡੇ ਤਾਈਂ ਸਾਰੀ ਵਾਰਦਾਤ ਉਹਨਾਂ ਜੋ ਹੂਬਹੂ ਹੋਈ ਸੀ ਸੋ ਪਹੁੰਚਾ ਦਿੱਤੀ। ਜੇਲ੍ਹ ਅੰਦਰ ਹੋਏ ਇਸ ਅਨਰਥ ਵਾਲੇ ਬਿਰਤਾਂਤ ਸੁਣ ਕੇ ਅਸੀਂ ਤਾਂ ਸੁੰਨ ਹੋ ਗਏ। ਸਾਡੇ ਡੋਲੇ ਫਰਕਣ ਲੱਗ ਪਏ। ਉਹਨਾਂ ਦਿਨਾਂ ਵਿੱਚ ਮਾਸਟਰ ਮੋਤਾ ਸਿੰਘ ਜੀ ਕੁਝ ਅਰਸੇ ਲਈ ਇਸ ਜੇਲ੍ਹ ਵਿੱਚ ਸਾਡੇ ਕੋਲ ਆ ਗਏ ਹੋਏ ਸਨ, ਜੋ ਸਾਲ ਕੁ ਭਰ ਸਾਡੇ ਪਾਸ ਰਹੇ। ਉਹਨਾਂ ਵੀ ਕਾਫੀ ਤਸੀਹੇ ਝੱਲੇ ਤੇ ਚੰਗੇ ਖੜਕੇ ਦੜਕੇ ਨਾਲ ਰਹੇ। ਉਹਨਾਂ ਤੋਂ ਭਲਾ ਕਿਵੇਂ ਰਿਹਾ ਜਾਵੇ? ਉਹ ਤਾਂ ਉਦੋਂ ਹੀ ਜਹਾਦ ਕਰਨ ਨੂੰ ਤਿਆਰ ਹੋ ਗਏ। ਮਸਾਂ ਅਸੀਂ ਰੋਕ ਕੇ ਰੱਖੇ, ਮਸਾਂ ਇਤਨਾ ਮਨਾਇਆ ਕਿ ਪਹਿਲਾਂ ਵਾਜਬੀ ਤੌਰ ਤੇ ਸੁਪਰਿੰਟੈਂਡੈਂਟ ਦੇ ਨੋਟਿਸ ਵਿੱਚ ਇਸ ਗੱਲ ਨੂੰ ਲਿਆਂਦਾ ਜਾਵੇ। ਚੁਨਾਚੇ ਸੁਪਰਿੰਟੈਂਡੈਂਟ ਸਮੇਤ ਹੋਰ ਸਟਾਫ ਦੇ ਜਦੋਂ ਰੌਂਦ ਕਰਦਾ ਸਾਡੇ ਵੱਲ ਆਇਆ ਤਾਂ ਅਸੀਂ ਉਸ ਨੂੰ ਵੰਗਾਰਿਆ। ਖਬਰਦਾਰ ਹੋ ਜਾਓ, ਤੇਰੀ ਜੇਲ੍ਹ ਵਿੱਚ ਇਸ ਪ੍ਰਕਾਰ ਦੇ ਅਤਿਆਚਾਰ ਹੁੰਦੇ ਹਨ, ਅਸੀਂ ਨਹੀਂ ਸਹਾਰ ਸਕਦੇ, ਕਿਉਂਕਿ ਸਾਡੇ ਦੇਸ਼ ਦੀਆਂ ਜੇਲ੍ਹ ਕੈਦ ਫਾਥੀਆਂ ਅਬਲਾ ਇਸਤਰੀਆਂ ਉੱਤੇ ਇਹ ਜ਼ੁਲਮ ਹੁੰਦੇ ਹਨ। ਉਦੋਂ ਤਾਂ ਸਾਨੂੰ ਸੁਪਰਿੰਟੈਂਡੈਂਟ ਨੇ ਇਹ ਕਹਿ ਕੇ ਟਾਲ ਦਿੱਤਾ
कि यह पता लगा रह जाण वाला ट्यूमर केस सी। झूठ दे पैर नहीं हुंदे। असी शायद सच ही मन लेंदे कि यह ट्यूमर केस ही होना है, पर तीजे चौथे दिन अचानक यह गल सारे जेल विच उड़ गई कि वह नजायज पैदाइश वाला लड़का जानों मार दिता गया। दिन चढ़दे नूं फूक भी दिता गया है। सानू भी जनानखाने विचों मुस रोण दी विलक विलक वैण पाउण दी आवाज आवे। सानू पक्की तस्दीक हो गई कि कारा जरूर वरतिया है। असी रौंद दे वक्त नूं उडीकीए। साडे जोश स्पिरिटे रोह संधूरड़े हिरदियां अंदर एक चढ़े एक उतरे। इतने नूं सुपरिटेंडेंट ते स्टाफ दा लाणा सामने आउंदा दसिया। पिछल सुपरिटेंडेंट तां किसे होर नाल गल्लां करदा चलिया आउंदा सी। उसदे मूरे मूरे जेलर ते डिप्टी सुपरिटेंडेंट हौली हौली आपस विच दी गल्लां करदे आउंदे सन, जो साडे भी कंनी पै गईयां। डिप्टी सुपरिटेंडेंट, कल जदों असी फीमेल वार्ड विच रौंद करन गए सी तां उदों तां ओह लड़का बिल्कुल नवां नरोआ सी। रातों रात किवें मर गया? जेलर, मैटर्न कैदी औरतां उत्ते लगी हुई इंचार्ज मिस दी रिपोर्ट है कि बच्चा अपनी माई दी करवट हेठ आके मर गया। डिप्टी सुपरिटेंडेंट, यह बात बिल्कुल गलत है। ऐसा कदे नहीं हो सकता। बस इतनी गल करदे करदे वो सारा लाणा साडे ऐन नेड़े पहुंच गया। असी आउंदियां नूं ही करड़े होके पुछया कि दसो, उस ट्यूमर केस वाले नव जन्मे बच्चे नूं रातों रात पार बुला दिता है अते इस पाप नूं हुण यह कह के हजम करना चाहुंदे हो कि बच्चा मां दी करवट हेठां आके मर गया। पशु भी अपने बच्चों नूं संभाल के रखते हैं। अज ताईं कदे नहीं सुनिया कि किसी गां भैंस ने अपने वच्छे कट्टे नूं अपने पासे हेठ लैके मार दिता होवे। एक इंसान जामे वाली अपने नवे जम्मे बाल दी इतनी सुरत संभाल भी ना रखे कि बच्चा उसदे पासे हेठ आके मर जाए। यह सब बनावट है। कदों ताईं इस पाप नूं छुपाओगे? सानू बाहरों सोहां आ रहीआं हन कि असी अपनी सिख कौम दे जोर नाल अज पलक छुट्टण वाले हां। असी बाहर जाके तुहाडी खबर लवांगे। यह मामला बेहा भी ना होण पाएगा कि तुहाडे उत्ते खून दा मुकदमा दायर किया जाएगा अते अगली दरगाह विच जो सजावां तुहानू मिलणगीआं सो वखरियां रहीआं, ओह भी अवश्य भुगतणियां पैणगीआं। सुपरिटेंडेंट गल नूं कट के, अगली दरगाह उपर यकीन रखना एक बेवकूफाना ख्याल है अते इत्थे तुसी उमरां बद्धी साडे शिकंजे विच हो। मत ख्याल करो कि तुहाडी कौम तुहानू छुड़ा लवेगी। अंग्रेजी गवर्नमेंट दा बड़ा जबरदस्त हथ है। सारी उम्र तुहानू जेल ही भुगताएगी क्योंकि तुसी मेरे वाल खास इशारा करके नैचुरल लाइफ कुदरत वल्लों मिली सारी उम्र लई दे बंधुए हो। छुट्टन दियां आसां छड्ड दिओ। यह सब झूठियां अफवाहां हन। जेल वालियां नाल बनाई रखो तां उम्र कैद सौखी कटी जाएगी। जे विगाड़ोगे जिवें कि हुण वर्गी विगाड़नी विगड़न लगे हो तां बहुत खुआर हो के जेल अंदर ही मरोगे। मास्टर मोता सिंह, खुआर हो तां तुहाडे वर्गे पापी जालमां ते अत्याचारियां ने मरना है अते मर के भी खुआर हुंदे रहना है अते इत्थे भी तुहानू इस पाप दा मजा चखा देना है। भला जे इन्हां दी उम्र कैद है तां मेरी तां कानूनन भी थोड़ी ही कैद है। अव्वल तां असीं सारियां ने छेती ही छुट जाना है। की पता है कि यह मेरे नालों भी पहलां ही छुट्टण, पर हर सूरत मेरा तां झबदे ही छुटना एक मुसलमा अमर है। जे इत्थे साडी कुछ पेश ना गई अते साडी किसे ने ना सुनी तां बाहर जाके तुहाडी खूब गत्त बनावांगे। खास करके तुहाडे उत्ते खून दा मुकदमा दायर करावांगे कि एडा वड्डा खून विचे विच पच जावेगा। मास्टर मोता सिंह दी यह कड़ाकेदार गलबात सुन के सुपरिटेंडेंट यह कहंदा होया, मोता सिंह, मैं ना तां तैनू अते ना तेरे साथियां नू छेती बाहर जाण जोगा छड्डूंगा। अपने लुंग लाने सने पिछां नू भौं गया। कुछ दिन पाके मास्टर मोता सिंह जी उपर एक चिट्ठी बाहर भेजन दा मुकदमा चला दिता, जिस विच 6 महीने दी होर कैद वध गई। पर उस मुकदमे अंदर ही मास्टर मोता सिंह ने उपरोक्त खूनी मामले वाला राज फाश कर दिता। गल कि मुकदमे दी फाइल अंदर यह सारी गल आ चुकी है। CID नू यह सारी वारदात उगड़ चुकी है।
ਕਿਸੇ ਨਾ ਉਹਨਾਂ ਉੱਤੇ ਮੁਕੱਦਮਾ ਨਹੀਂ ਚਲਾਇਆ। ਜੇਲਰ ਦੀ ਜ਼ੁਬਾਨੀ ਸੁਣਿਆ ਸੀ ਕਿ 2-3 ਸਾਲ ਵਾਸਤੇ ਉਹ ਇਸ ਬਾਰੇ ਹੋਰ ਡੀਗਰੇਡ ਰਿਹਾ ਅਤੇ ਮਾਸਟਰ ਮੋਤਾ ਸਿੰਘ ਜੀ ਦਾ ਤਾਂ ਕੁਝ ਦਿਨਾਂ ਪਿੱਛੋਂ ਡਰਦੇ ਮਾਰਿਆਂ ਬਰਮਾ ਨੂੰ ਚਾਲਾਨ ਕਰ ਦਿੱਤਾ। ਚਿਰ ਪਿੱਛੋਂ ਸਤੰਬਰ-ਅਕਤੂਬਰ 1928 ਵਿੱਚ ਜਦੋਂ ਕਿ ਕੁਚਾਲਾ ਸੁਪਰਿੰਟੈਂਡੈਂਟ ਬਦਲ ਕੇ HL ਖਾਂ ਸੁਪਰਿੰਟੈਂਡੈਂਟ ਹੋ ਕੇ ਆਇਆ ਤਾਂ ਸਾਡੇ ਉੱਤੇ ਵੀ ਚਿੱਠੀ ਬਾਹਰ ਭੇਜਣ ਦਾ ਮੁਕੱਦਮਾ ਬਣ ਗਿਆ ਤੇ 6 ਮਹੀਨੇ ਦੀ ਕੈਦ ਹੋਰ ਵੱਧ ਗਈ। ਪਰ ਉਮਰ ਕੈਦੀ ਨੂੰ ਵਰੇ 6 ਮਹੀਨੇ ਦੀ ਕੈਦ ਹੋਰ ਹੋ ਜਾਣ ਨਾਲ ਕਿਹੜੀ ਕੈਦ ਹੋਰ ਵੱਧ ਚੱਲੀ ਹੈ। ਉਮਰ ਕੈਦ ਨਾਲੋਂ ਤਾਂ ਵਧਣੋਂ ਰਹੀ। ਝੱਖ ਮਾਰਨ ਵਾਲਿਆਂ ਨੇ ਝੱਖ ਮਾਰ ਲਈ, ਪਰ ਸਾਡਾ ਵਧਿਆ ਘਟਿਆ ਕੁਛ ਵੀ ਨਾ। ਉਂਝ ਹੀ ਭਾਣੇ ਅੰਦਰ ਸਾਡੇ ਛੁੱਟਣ ਵਿੱਚ ਦੇਰ ਹੋ ਗਈ। ਇਸ ਲੋਕ ਵਿੱਚ ਤਾਂ ਪਾਪੀਆਂ ਦੇ ਪਾਪ ਪਚ ਗਏ, ਪਰ ਪਰਲੋਕ ਅੰਦਰ ਸੱਚੀ ਦਰਗਾਹੇ ਜਾ ਕੇ ਤਾਂ ਦਫ਼ਤਰ ਲੇਖਾ ਦੇਣਾ ਪਊ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੁੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਚੁਮਾਰ ਕੈਦੀ ਦੇ ਮੂੰਹ ਉੱਤੇ ਮੈਲਾ ਪਾਉਣਾ। ਲੰਗੜੇ ਸੁਪਰਿੰਟੈਂਡੈਂਟ ਦੇ ਅਹਿਦ ਵਿੱਚ ਸੱਚਮੁੱਚ ਅਸੀਂ ਬੜੇ ਹੀ ਭਿਅੰਕਰ ਘੋਰ ਅਤਿਆਚਾਰ ਜੇਲ੍ਹ ਅੰਦਰ ਹੁੰਦੇ ਡਿਠੇ। ਉਹਨਾਂ ਦੀ ਕਿਰਤ ਕਰਮੀ ਸਜ਼ਾ ਇਹਨਾਂ ਨੂੰ ਸੱਚਮੁੱਚ ਮੂੰਹ ਕਾਲੇ ਦੋਜਕ ਚਾਲਿਆ ਦੇ ਭਾਵ ਵਾਲੀ ਭੁਗਤਣੀ ਪਵੇਗੀ। ਵੰਨਗੀ ਮਾਤਰ ਇੱਕੋ ਅਤਿਆਚਾਰ ਇੱਥੇ ਲਿਖ ਦੇਣਾ ਬਥੇਰਾ ਹੋ, ਉਹ ਇਹ ਹੈ। ਇਸ ਜੇਲ੍ਹ ਅੰਦਰ ਭੀਲ, ਗੋਂਡ ਆਦਿਕ ਨੀਚ ਕੌਮਾਂ ਤੋਂ, ਜਿਨ੍ਹਾਂ ਦਾ ਕਿ ਪੇਸ਼ਾ ਭੰਗੀ ਦਾ ਕੰਮ ਕਰਨਾ ਨਹੀਂ ਹੈ, ਜਬਰਨ ਟੱਟੀਆਂ ਸਾਫ਼ ਕਰਾਈਆਂ ਜਾਂਦੀਆਂ ਸਨ ਅਤੇ ਮੈਲਿਆਂ ਦੇ ਭਰੇ ਹੋਏ ਡੋਲ ਸਿਰ ਮੋਢਿਆਂ ਉੱਤੇ ਚੁਕਾਏ ਜਾਂਦੇ ਸਨ। ਜਿਨ੍ਹਾਂ ਵਿਚਾਰਿਆਂ ਉਮਰ ਭਰ ਇਹ ਕੰਮ ਨਾ ਕੀਤਾ ਹੋਵੇ, ਉਹਨਾਂ ਦੇ ਭਾਅ ਦਾ ਤਾਂ ਇਸ ਕੰਮ ਨੂੰ ਹੱਥ ਲਾਉਣਾ ਵੀ ਮਹਾ ਲਾਹਨਤ ਪ੍ਰਤੀਤ ਹੁੰਦਾ ਸੀ। ਅਸੀਂ ਅਨੇਕ ਵਾਰ ਪ੍ਰੋਟੈਸਟ ਕੀਤੇ ਕਿ ਇਹਨਾਂ ਵਿਚਾਰਿਆਂ ਤੋਂ ਜਬਰਨ ਇਹ ਮੁਸ਼ੱਕਤ ਨਹੀਂ ਲੈਣੀ ਚਾਹੀਦੀ ਅਤੇ ਜੇ ਜੇਲ੍ਹ ਦਾ ਕੰਮ ਨਾ ਚੱਲਦਾ ਹੋਵੇ ਤਾਂ ਬਾਹਰ ਤੋਂ ਚੰਗੀ ਤਨਖਾਹਦਾਰ ਨੌਕਰ ਰੱਖ ਲੈਣੇ ਚਾਹੀਦੇ ਹਨ। ਪਰ ਤੂਤੀ ਦੀ ਪੁਕਾਰ ਨਗਾਰਖਾਨੇ ਵਿੱਚ ਕੌਣ ਸੁਣਦਾ ਹੈ। ਇੱਕ ਵਾਰ ਸਾਡੇ ਸਾਹਮਣੇ ਦਾ ਜ਼ਿਕਰ ਹੈ ਕਿ ਮੈਂ ਤੇ ਭਾਈ ਕਰਤਾਰ ਸਿੰਘ ਦੋਈ ਇਤਫਾਕਨ ਇੱਕ ਛੋਟੀ ਜਿਹੀ ਬੈਰਕ ਵਿੱਚ ਬੰਦ ਕੀਤੇ ਗਏ, ਜਿਨ੍ਹਾਂ ਦੇ 4 ਚੁਫੇਰੇ ਖਾਸਾ ਉਘਾੜ ਬਾਗ ਸੀ। ਐਨ ਸਾਹਮਣੇ ਚੱਕਰ ਅਫਸਰ ਦਾ ਵੀ ਦਫ਼ਤਰ ਦੱਸਦਾ ਸੀ, ਜਿੱਥੇ ਬੈਠ ਕੇ ਰੋਂਦ ਉੱਪਰ ਆਇਆ ਸੁਪਰਿੰਟੈਂਡੈਂਟ ਆਮ ਕੈਦੀਆਂ ਦੀਆਂ ਪੇਸ਼ੀਆਂ ਭੁਗਤਾਉਂਦਾ ਹੁੰਦਾ ਸੀ। ਚੱਕਰ ਅਫਸਰ ਨੇ ਇੱਕ ਦਿਨ ਇੱਕ ਚੁਮਾਰ ਕੈਦੀ ਨੂੰ ਪੇਸ਼ ਕੀਤਾ, ਜਿਸ ਦਾ ਨਾਮ ਰਾਮਜੀ ਦਾਸ ਸੀ। ਉਸ ਬਾਰੇ ਸੁਪਰਿੰਟੈਂਡੈਂਟ ਖਾਸ ਰਿਪੋਰਟ ਕੀਤੀ ਗਈ ਕਿ ਹਜ਼ੂਰ ਇਹ ਭੰਗੀ ਦਾ ਕੰਮ ਕਰਨੋਂ ਇਨਕਾਰੀ ਹੈ। ਚੱਕਰ ਅਫਸਰ ਇੱਕ ਸ਼ੀਆ ਮੁਸਲਮਾਨ ਸੀ। ਸੁਪਰਿੰਟੈਂਡੈਂਟ ਪੇਸ਼ ਹੋਏ ਕੈਦੀ ਨੂੰ ਤਾੜ ਕੇ, ਕਿਉਂ ਜੀ, ਤੁਮ ਭੰਗੀ ਦਾ ਕੰਮ ਕਰਨੋਂ ਕਿਉਂ ਇਨਕਾਰੀ ਹੋ? ਕੈਦੀ, ਜੀ ਹਜ਼ੂਰ, ਇਸ ਕਰਕੇ ਇਨਕਾਰੀ ਹਾਂ ਕਿ ਇਹ ਮੇਰਾ ਕੰਮ ਨਹੀਂ। ਸੁਪਰਿੰਟੈਂਡੈਂਟ ਹੋਰ ਕਿਸ ਦਾ ਕੰਮ ਹੈ? ਕੈਦੀ, ਮਹਾਰਾਜ ਭੰਗੀਆਂ ਦਾ। ਸੁਪਰਿੰਟੈਂਡੈਂਟ, ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ? ਕੈਦੀ, ਜੀ ਹਜ਼ੂਰ, ਮੈਂ ਤਾਂ ਚਮਾਰ ਹਾਂ, ਮੈਥੋਂ ਚੰਮ ਦਾ ਕੰਮ ਜੋ ਚਾਹੋ ਕਰਾ ਲਵੋ, ਜੁੱਤੀਆਂ ਸਵਾ ਲਵੋ, ਬੂਟ ਬਣਵਾ ਲਵੋ, ਟੁੱਟੇ ਜੋੜੇ ਗੰਢਾ ਲਵੋ, ਚੰਮ ਫੈਕਟਰੀ ਦਾ ਕੋਈ ਕੰਮ ਕਰਾ ਲਵੋ, ਪਰ ਇਹ ਭੰਗੀਆਂ ਦਾ ਕੰਮ ਮੈਂ ਨਹੀਂ ਕਰਾਂਗਾ। ਸੁਪਰਿੰਟੈਂਡੈਂਟ, ਹਮਾਰਾ ਹੁਕਮ ਨਹੀਂ ਮਾਨੇਗਾ? ਕੈਦੀ ਬੜੀ ਅਧੀਨਗੀ ਨਾਲ, ਜੀ ਹਜ਼ੂਰ, ਇਹ ਹੁਕਮ ਨਹੀਂ ਮੰਨ ਹੁੰਦਾ, ਹੋਰ ਭਾਵੇਂ ਕੋਈ ਮਨਾ ਲਵੋ। ਸੁਪਰਿੰਟੈਂਡੈਂਟ, ਇਹੀ ਮਨਾਉਣਾ ਹੈ ਅਤੇ ਇਹੀ ਕੰਮ ਕਰਾਉਣਾ ਹੈ। ਕੈਦੀ, ਜੀ ਇਹ ਤਾਂ ਜ਼ੁਲਮ ਹੈ ਗਰੀਬਾਂ ਉੱਤੇ। ਸੁਪਰਿੰਟੈਂਡੈਂਟ, ਅੱਛਾ, ਤੂੰ ਮੈਨੂੰ ਜ਼ਾਲਮ ਦੱਸਦਾ ਹੈ? ਕੈਦੀ, ਜੀ ਤੂੰ ਮੈਨੂੰ ਜ਼ਾਲਮ ਦੱਸਦਾ ਹੈ। ਕੈਦੀ, ਜੀ ਫਰਿਆਦ ਵੀ ਨਹੀਂ ਸੁਣੋਗੇ? ਸੁਪਰਿੰਟੈਂਡੈਂਟ ਚੱਕਰ ਅਫਸਰ ਨੂੰ ਹੁਕਮ ਕਰਕੇ, ਇਸ ਦੀ ਕੋਈ ਸੁਣਵਾਈ ਨਹੀਂ ਹੋਵੇਗੀ। ਜਬਰਨ ਇਸ ਕੋ ਹੁਕਮ ਮਨਾਓ ਅਤੇ ਜਬਰਨ ਭੰਗੀ ਦਾ ਕੰਮ ਕਰਵਾਓ। ਜੋ ਸਖਤੀ ਕਰ ਸਕਦੇ ਹੋ ਸੋ ਕਰੋ, ਪਰ ਹੁਕਮ ਦੀ ਤਾਮੀਲ ਜ਼ਰੂਰ ਕਰਾਓ। ਬਸ ਇਹ ਹੁਕਮ ਦੇ ਕੇ ਸੁਪਰਿੰਟੈਂਡੈਂਟ ਤਾਂ ਚਲਿਆ ਗਿਆ। ਪਿੱਛੋਂ ਉਸ ਵਿਚਾਰੇ ਉੱਤੇ ਜ਼ੁਲਮਾਂ ਦੇ ਪਹਾੜ ਢਹਿ ਪਏ। ਭੰਗੀਆਂ ਨੂੰ ਬੁਲਾ ਕੇ ਉਹਦੀ ਪਹਿਲਾਂ ਤਾਂ ਭੁਗਤ ਸਵਾਰੀ ਗਈ, ਪਿੱਛੋਂ 5-6 ਭੰਗੀਆਂ ਨੂੰ ਹੁਕਮ ਦਿੱਤਾ ਗਿਆ ਕਿ ਜਬਰਨ ਇਸ ਦੇ ਕੰਧੇ ਉੱਤੇ ਗੰਦ ਦੇ ਭਰੇ ਹੋਏ ਡੋਲ ਧਰੋ। ਜਦ ਉਸਨੇ ਨਾ ਹੀ ਕਨਾ ਡਾਇਆ
ਤਾਂ ਹੁਕਮ ਕੀਤਾ ਗਿਆ ਕਿ ਇਸ ਨੂੰ ਫੜ ਚੁੱਕ ਕੇ ਮੈਲੇ ਦੇ ਭਰੇ ਹੋਏ ਡਰਮ ਵਿੱਚ ਸਿੱਟ ਦਿਓ। ਉਸ ਨੂੰ 5-7 ਭੰਗੀ ਫੜ ਕੇ ਚੁੱਕ ਕੇ ਡਰਮ ਵੱਲ ਲੈ ਜਾਵਣ ਤਾਂ ਉਹ ਡਰਮ ਦੇ ਕੰਢੇ ਉੱਤੇ ਆਪਣੀ ਲੱਤ ਅੜਾ ਦੇਵੇ ਅਤੇ ਵਿੱਚ ਡਿੱਗੇ ਹੀ ਨਾ, ਬਥੇਰਾ ਜ਼ੋਰ ਲਾਉਣ। ਜਦ ਸਾਰੇ ਹੰਬ ਗਏ ਤਾਂ ਹੁਕਮ ਹੋਇਆ ਕਿ 3-4 ਜਣੇ ਇਸ ਨੂੰ ਕਾਬੂ ਕਰਕੇ ਬਿਠਾਉਣ ਅਤੇ ਬਾਕੀ ਦੇ ਉਸ ਦੇ ਉੱਪਰ ਭਰਿਆ ਹੋਇਆ ਮੈਲੇ ਪਾਣੀ ਦਾ ਡਰਮ ਡੋਲ ਦੇਣ ਅਤੇ ਉਸ ਨੂੰ ਸਿਰ ਤਾਈਂ ਸਾਰਾ ਮੈਲੇ ਨਾਲ ਲਬੇੜ ਦੇਣ, ਉਸ ਦੇ ਮੂੰਹ ਵਿੱਚ ਵੀ ਮੈਲਾ ਪਾਉਣ। ਜਦੋਂ ਉਹ ਐਸਾ ਕਰਨ ਲੱਗੇ ਤੇ ਡਰਮ ਉਸ ਦੇ ਉੱਪਰ ਡੋਲ ਦਿੱਤਾ ਤਾਂ ਸਾਥੋਂ ਨਾ ਰਿਹਾ ਗਿਆ। ਅਸੀਂ ਅੰਦਰੋਂ ਬਾਹਰ ਨਿਕਲ ਖੜੋਤੇ ਅਤੇ ਇਹ ਕਾਰਾ ਕਰਵਾਉਣ ਵਾਲੇ ਕੈਦੀ ਵਾਰਡਰ ਮਨੋਹਰ ਲਾਲ ਨੂੰ ਕੜਕ ਕੇ ਬੋਲੇ ਕਿ ਓਏ ਸ਼ੈਤਾਨ ਸੀਰਤ, ਤੂੰ ਬਾਜ ਨਹੀਂ ਆਉਂਦਾ, ਤੂੰ ਇਹ ਅਤਿਆਚਾਰ ਸਾਡੇ ਸਾਹਮਣੇ ਨਹੀਂ ਕਰ ਸਕੇਗਾ, ਭਲਾ ਚਾਹੁੰਦਾ ਹੈ ਤਾਂ ਬਾਜ ਆ ਜਾ। ਸਾਡੀ ਇਹ ਕੜਕਵੀਂ ਆਵਾਜ਼ ਸੁਣ ਕੇ ਉਹ ਸਾਰੇ ਭਮੱਤਰ ਗਏ। ਸਭ ਦੇ ਮੂੰਹ ਪੀਲੇ ਫਟਕ ਹੋ ਗਏ ਤੇ ਸਾਰੇ ਰਾਮਜੀ ਦਾਸ ਨੂੰ ਉੱਥੋਂ ਲੈ ਤੁਰੇ। ਵਿਚਾਰੇ ਦੀ ਜਾਨ ਅਜਾਬੋ ਛੁੱਟੀ। ਇਹ ਭਿਅੰਕਰ ਦ੍ਰਿਸ਼ ਹੁਣ ਤਾਈਂ ਸਾਨੂੰ ਨਹੀਂ ਭੁੱਲਿਆ। ਬੈਂਤਾਂ ਦੀ ਸਜ਼ਾ ਦੇ ਕੇ ਤਾਂ ਅਨੇਕ ਗੋਂਡ ਭੀਲਾਂ ਤੋਂ ਭੰਗੀ ਦਾ ਕੰਮ ਕਰਵਾਇਆ ਜਾਂਦਾ ਰਿਹਾ। ਕਿਹਦੀ ਦਾਸ ਰਸੀ ਕੀਤੀ ਅਤੇ ਵਰਨੀ ਜਾਵੇ। ਇਸੇ ਤਰ੍ਹਾਂ ਇੱਕ ਮਜਬੀ ਸਿੱਖ ਹਰਦਿਆਲ ਸਿੰਘ ਤੋਂ ਵੀ ਭੰਗੀ ਦਾ ਕੰਮ ਲਿਆ ਜਾਂਦਾ ਸੀ। ਅਸੀਂ ਉਸ ਦਾ ਵੀ ਇਸ ਕੰਮੋਂ ਖਹਿੜਾ ਛੁਡਾਇਆ ਤੇ ਉਸ ਨੂੰ ਸਿੱਖਾਂ ਵਾਲੇ ਕੱਪੜੇ ਦਵਾਏ। ਸਿੱਖਾਂ ਦੀ ਸ਼ਖਸੀਅਤ ਤੇ ਸਿੱਖੀ ਸਪਿਰਿਟ। ਸੁਪਰਿੰਟੈਂਡੈਂਟ ਤੇ ਇੰਸਪੈਕਟਰ ਜਨਰਲ ਨਾਲ ਗੱਲਬਾਤ। NS ਜਟਾਰ ਦੇ ਬਦਲਣ ਤੋਂ ਇੱਕ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਇਸੇ ਨੇ ਜਾਣਾ ਹੈ ਤੇ IG ਨੇ ਆਉਣਾ ਹੈ। ਅਸੀਂ ਚੱਕਰ ਅਫਸਰ ਨੂੰ ਕਿਹਾ ਕਿ ਸੁਪਰਿੰਟੈਂਡੈਂਟ ਨੂੰ ਖਬਰ ਕਰ ਦਿਓ ਕਿ ਉਹ ਸਾਨੂੰ ਮਿਲ ਜਾਣ ਤੇ ਜਾਂ ਸਾਨੂੰ ਦਫ਼ਤਰ ਸੱਦ ਕੇ ਗੱਲ ਸੁਣ ਲੈਣ, ਕਿਉਂਕਿ ਕੱਲ ਨੂੰ ਉਹਨਾਂ ਚਲੇ ਜਾਣਾ ਹੈ ਤੇ IG ਨੇ ਵੀ ਆਉਣਾ ਹੈ। ਅਸੀਂ IG ਨੂੰ ਕੁਝ ਸਵਾਲ ਵੀ ਕਰਨੇ ਹਨ। ਇਸ ਸੁਨੇਹੇ ਦੇ ਪਹੁੰਚਣ ਪਰ ਸਾਨੂੰ ਦਫ਼ਤਰ ਸੱਦਿਆ ਗਿਆ। ਅੱਗੇ ਕੁਚਾਲਾ ਤੇ ਨਵਾਂ ਆਇਆ ਸੁਪਰਿੰਟੈਂਡੈਂਟ ਮਿਸਟਰ LH ਖਾਂ ਦੋਵੇਂ ਵੱਡੇ ਜੇਲਰ ਸਮੇਤ ਬੈਠੇ ਸਨ। ਸਾਡੇ ਜਾਣ ਪਰ ਮਿਸਟਰ ਜਟਾਰ ਬੋਲਿਆ, ਦੱਸੋ ਕੀ ਕਹਿਣਾ ਹੈ। ਮੈਂ ਆਖਿਆ, ਅਸੀਂ IG ਨੂੰ ਕਿਤਾਬਾਂ ਬਾਰੇ ਕਹਿਣਾ ਹੈ ਕਿ ਹੁਣ ਫੈਸਲਾ ਹੋ ਜਾਵੇ ਕਿ ਕਿਤਾਬਾਂ ਕਿੱਥੇ ਹਨ। ਜੇ ਸੜ ਚੁੱਕੀਆਂ ਹਨ ਤਾਂ ਵੀ ਇਸ ਬਾਰੇ ਨੋਟ ਕੀਤਾ ਜਾਵੇ। ਦੂਜੀ ਗੱਲ ਇਹ ਕਹਿਣੀ ਹੈ ਕਿ ਤੁਸੀਂ ਜੱਬਲਪੁਰ ਜਾ ਰਹੇ ਹੋ, ਸਾਨੂੰ ਦੋਹਾਂ ਨੂੰ ਨਾਲ ही ਲੈ चलो। जटार, तुम पहले कई दफा कहा करते थे कि इस सुपरिंटेंडेंट के पास से हमको निकाला जाए, अब कहते हो साथ ले चलो जी, ये क्या बात है। मैं, ਅਸੀਂ ਤੁਹਾਡੇ ਨਾਲ ਹੰਡੇ ਵਰਤੇ ਹੋਏ ਹਾਂ। ਜੋ ਦੁੱਖ ਤਕਲੀਫ ਤੁਸੀਂ ਸਾਨੂੰ ਦੇਣੇ ਸੀ ਹੱਦ ਦਰਜੇ ਦੇ ਚੁੱਕੇ ਹੋ। ਹੁਣ ਜੱਬਲਪੁਰ ਜਾ ਕੇ ਤੁਸੀਂ ਸਾਡੇ ਸਾਥੀਆਂ ਭਾਈ ਨਿਧਾਨ ਸਿੰਘ, ਪੰਡਤ ਜਗਤ ਰਾਮ ਤੇ ਭਾਈ ਸੌਣ ਸਿੰਘ ਨੂੰ ਤੰਗ ਕਰੋਗੇ। ਉਹ ਉੱਥੇ ਦੇ ਸੁਪਰਿੰਟੈਂਡੈਂਟ ਮਿਸਟਰ ਰਾਜਰਸ ਪਾਸ ਬਹੁਤ ਆਰਾਮ ਵਿੱਚ ਹਨ। ਉਹਨਾਂ ਨੂੰ ਪੜ੍ਹਨ ਨੂੰ ਲਾਇਬ੍ਰੇਰੀ ਮਿਲੀ ਹੋਈ ਹੈ, ਟੈਨਿਸ ਖੇਲਣ ਦੀ ਖੁੱਲ੍ਹ ਹੈ, ਹੋਰ ਵੀ ਸਭ ਆਰਾਮ ਹਨ। ਤੁਸੀਂ ਜਾ ਕੇ ਉਹਨਾਂ ਨੂੰ ਕੋਠੀ ਬੰਦ ਕਰੋਗੇ। ਪੰਡਤ ਜਗਤ ਰਾਮ ਕਿਤਾਬਾਂ ਲਿਖਦਾ ਹੈ, ਤੁਸੀਂ ਕਿਤਾਬਾਂ ਸਾੜ ਦਿਓਗੇ। ਸਾਡੀਆਂ ਤਾਂ ਸਾੜ ਹੀ ਚੁੱਕੇ ਹੋ। ਉਹਨਾਂ ਨੂੰ ਜਾ ਕੇ ਕਿਉਂ ਦੁੱਖ ਦੇਵੋ। ਨਵੇਂ ਸੁਪਰਿੰਟੈਂਡੈਂਟ ਮੇਜਰ LH ਖਾਂ ਪਾਸ ਉਹ ਰਹਿ ਚੁੱਕੇ ਹਨ। ਹੁਣ ਵੀ ਉਹ ਇੱਥੇ ਇਹਨਾਂ ਪਾਸ ਆਰਾਮ ਨਾਲ ਰਹਿਣਗੇ। ਜਟਾਰ, ਪੰਡਤ ਜਗਤ ਰਾਮ ਨੂੰ ਫਿਰ ਸੁਪਰਿੰਟੈਂਡੈਂਟ ਹੀ ਕਿਉਂ ਨਾ ਬਣਾ ਦਿਆ ਜਾਏ। ਮੈਂ, ਉਸ ਦੀ ਲਿਆਕਤ ਤੁਹਾਡੇ ਨਾਲੋਂ ਘੱਟ ਨਹੀਂ। ਜੇ ਤੁਹਾਡਾ ਅਖਤਿਆਰ ਹੈ ਤਾਂ ਉਸ ਨੂੰ ਸੁਪਰਿੰਟੈਂਡੈਂਟ ਬਣਾ ਦਿਓ। ਜਟਾਰ, ਕਿਤਾਬਾਂ ਜੋ ਸਾੜਨੀਆਂ ਸਨ ਸੜ ਗਈਆਂ। ਜੋ ਕੁਝ ਤੁਸੀਂ ਦਾਅਵਾ ਕਰਨਾ ਹੋਵੇ ਬਾਹਰ ਜਾ ਕੇ ਕਰ ਲੈਣਾ। ਪਿੱਛੇ ਜੋ ਹੋਈ ਸੋ ਬੀਤ ਗਈ। ਜਿਤਨਾ ਨਾਏ ਉਤਨਾ ਪੁੰਨ। ਇਹ ਕਹਿੰਦੇ ਦੇ ਅੱਖਾਂ ਵਿੱਚ ਅੱਥਰੂ ਆ ਗਏ ਤੇ ਦੂਜੇ ਪਾਸੇ ਮੂੰਹ ਕਰਕੇ ਰੁਮਾਨ ਨਾਲ ਪੁੰਝਿਆ ਤੇ ਨਾਲ ਹੀ ਕਹਿਣ ਲੱਗਾ, ਮੈਂ ਤੁਹਾਨੂੰ ਨਾਲ ਨਹੀਂ ਲੈ ਜਾ ਸਕਦਾ। ਸਵੇਰੇ ਜੋ ਤੁਹਾਡੀ ਖੁਸ਼ੀ ਹੈ IG ਨੂੰ ਕਹਿ ਦੇਣਾ। ਮੈਂ ਤੁਹਾਡੇ ਨਾਲ ਜੈਸਾ ਸਲੂਕ ਕਰਨਾ ਹੈ ਮੇਜਰ LH ਖਾਂ ਨੂੰ ਕਹਿ ਚੱਲਿਆ ਹਾਂ। ਮੈਂ, ਤੁਸੀਂ ਇਹਨਾਂ ਨੂੰ ਸਖਤੀ ਕਰਨ ਦੀ ਹਦਾਇਤ ਹੀ ਦਿੱਤੀ ਹੋਣੀ ਹੈ ਤੇ ਮੇਜਰ LH ਖਾਂ ਇਤਨੇ ਹੀ ਬੇਵਕੂਫ ਹੋਣਗੇ ਜੋ ਤੁਹਾਡੇ ਕਹੇ ਤੇ ਚੱਲਣਗੇ ਕਿ ਇਹਨਾਂ ਦਾ ਆਪਣਾ ਦਿਮਾਗ ਨਹੀਂ। ਇਹ ਗੱਲਬਾਤ ਕਰਕੇ ਅਸੀਂ ਅੰਦਰ ਵਾਪਸ ਚਲੇ ਗਏ। ਅਗਲੇ ਦਿਨ IG ਆਇਆ। ਉਸ ਨਾਲ ਇਸ ਤਰ੍ਹਾਂ ਗੱਲਬਾਤ ਹੋਈ। ਪਹਿਲਾਂ ਉਸਨੇ ਆ ਕੇ ਸਾਡੇ ਟਿਕਟ ਦੇਖੇ ਜੋ ਜੇਲ੍ਹ ਵਾਲਿਆਂ ਪਾਸ ਹੀ ਰਿਹਾ ਕਰਦੇ ਸਨ। ਮੇਰੇ ਟਿਕਟ ਨੂੰ ਦੇਖ ਕੇ ਉਹ ਬੋਲਿਆ, ਇਹ ਰਜਿਸਟਰੀ ਚਿੱਠੀ ਦੇਣ ਵਾਲਾ ਕੰਮ ਤਾਂ ਤੁਸੀਂ ਖੁਦ ਕਰ ਸਕਦੇ ਸੀ। ਜਟਾਰ,
चिट्ठी का लिफाफा एक पासियों फटिया होया सी। मैं गुरमुखी जानदा नहीं ते चिट्ठी खोलण पर जे कोई चीज विचों गुम हुंदी तां मैं जिम्मेवार ठहराया जांदा। आई जी तुसी इन्हां दे सामने चिट्ठी खोल लैंदे। जटार जे मैं सामने खोलदा तां इह झट पढ़ लैंदे, इस वास्ते मैं डाकखाने वापस कर दित्ती कि फटी होण करके असीं नहीं लैंदे। उन्हां कहा कैदी नूं डाकखाने भेज दिओ, पर असीं ऐसा कर नहीं सकदे सी, सो मैं लिख दिता कि जिथों चिट्ठी आई है उत्थे ही भेजी जावे ते उत्थों मुड़ दोबारा बंद होके आवे। इस तो बाद असीं आई जी नूं कहा कि साडीआं किताबां सानूं नहीं मिलदी। जटार ओह किताबां तां मैं फूक दित्तियां ते इह हुण होर मंगा लैण, ते नाले इह भी कहा कि इह मेरे नाल सुलाह करदे सन ते सानूं नाल लै जाण नूं कहिंदे सन। मैं आई जी नूं तुसी गवाह हो कि इसने साडियां धार्मिक किताबां फूक दित्तियां हन। सुलाह बारे मैं जो गल होई सी ओह भी कह सुनाई। आई जी कहिंदे तुसी रिहा हो के दावा कर लेना। भाई करतार सिंह साडी रिहाई दा कोई पता नहीं कद होनी है, सानू जेल विचों ही दावा करन दी इजाजत दित्ती जावे, क्योंकि छपियां होईयां किताबां तो बिना उन्हां विच खरड़े भी सन जो 13-14 किताबां दा कीमती मसाला सी। हो सकदा है कि तुसी इत्थे ना रहो या साडे विचों कोई रिहा ना होवे या यह सुपरिटेंडेंट ही मर जावे, इसलिए असीं चाहुंदे हां कि दावा हुणे होवे ते या साडी श्रोमणी कमेटी नूं तलाह दे दित्ती जावे, ओह आपे दावा कर लवेगी। आई जी मैं अपने सुपरिटेंडेंट दे खिलाफ शिकायतां सुनना नहीं चाहुंदा। मैं आख्या फिर तुहाडे पास आउण दा कोई मतलब नहीं, तुसी ना सुपरिटेंडेंट दी सुनो ना साडी, असीं आपे सुपरिटेंडेंट नाल सज लवांगे। यह सुन के आई जी चलदा बनिया। मिस्टर जटार अगले दिन ना जा सकिया क्योंकि उसका भरा जो कमिश्नर सी उसकी मोटर दे हादसे नाल लत्त कट्टी गई ते जटार उसके इलाज लई 1 महीना होर रह गया। LH खां वापस जबलपुर चलिया गया ते महीने बाद फिर वापस आ गया। जद मिस्टर जटार महीना भर लई होर ठहरिया तां उसनूं अचानक टोल भाल करदे नूं साडे खरड़े ते होर किताबां एक बंद दराज विचों मिल गईयां। उसने एक दिन गश्त करदियां होइयां जेलर नूं कहा, आफ्टर ऑल द बुक्स आर फाउंड। उड़क किताबां मिल गईयां, सानूं भी पता लग गया। फिर जिस दिन जान लगा तां नवें सुपरिटेंडेंट दे सामने सानूं सद के कहा, रणधीर सिंह अपनी किताबें देख लो ते नवें सुपरिटेंडेंट नूं आख्या यह किताबां इन्हां दी पंजाब दी बदली वेले या रिहा होण वेले देणियां। इस तरह के अणगिणत जुलम अत्याचार करदा कराउंदा मिस्टर NS जटार तां इत्थों बदल के जबलपुर दोबारे हैबिचुअल कैदियां दी जेल दा सुपरिटेंडेंट जा होया। इत्थे LH खां आ गया, पर जांदा जांदा ओह इहनूं भी पूरा सबक पढ़ा गया ते साडे विरुद्ध करन वालियां गल्लां दस गया। यह हाशियां तां बड़े जोर नाल चढ़ा गया कि सानूं कदे इकट्ठे ना रहन दित्ता जावे। खास करके कह गया कि साडियां जब्त कीतियां पुस्तकां सानूं रिहाई होण पर ही मिलन, पहलां कदे ना दित्तियां जाण। होर बहुत कुछ दिल दे गुबार कढ गया। फिर यह इंग्लैंड जाके आया ते कप्तान तो मेजर बन गया, पर दुबारियां दे जेल विच बलदी दे बूथे झोकिया गया। उत्थे सरहदी सूबे दे लंमियां लंमियां कैदां वाले आदि मियादी दुबारे कैदी बहुते पठान ही पठान भरे हुए सन, जो बहुते नागपुर सेंट्रल जेल विच दी होके गए सन अते इस दियां सारियां ही करतूतां ते दुष्टाइयां नूं अखी देख देख के गए सन। एक पठान ने बदला लेना। इस दे जबलपुर जान सार ही सारियां पठान दुबारियां नूं चिप चढ़ गई। सब ने मथ लई कि नागपुर जेल विच कीतियां सख्तियां दा दाखू दाणा इनू दईए। अजे उत्थे जेल विच गए नूं महीना भी नहीं सी होया कि एक रिष्ट पुष्ट पठान दुबारे ने इसदा रगड़ा बन दिता। जेल रौंद गश्त ते गए नूं चुक के हेठा रख लिया ते बड़ी बेइज्जती कीती। इस अपराध बदले उस पठान कैदी नूं बैंत तां लग गए, पर इस नूं इस दे अपराध दी सज़ा भी हत्थों हत्थी ही मिल गई अते बड़ी छेती मिली। जबलपुरों चालान आए कैदियां ते उत्थों दे आए सिपाहियां दी जुबानी असी ऐसा सुनिया कि जदों उस पठान कैदी कोलों पुछया गया कि उसने सुपरिटेंडेंट दी बेहुरमती क्यों की, तां उस जवाब दिता कि इसने हमारे एक सिख भाई
रणधीर सिंह देश भगत कैदी दी जो तौहीन की उसका बदला हमने लिया है, मगर अभी बहुत थोड़ा लिया है। बैंत खा के भी ओह बुके। दूजे हफ्ते दूजे गोल विच किसी होर पठान दोबारे ने इसनूं फेर पछाड़ मारिया अते पहले कैदी भरा दे बैंता मारन दा गुमर भी कढ लिया। फिर तां कुचाले साहिब दे भी कंन ढिल्ले हो गए, पर विंग वल काणू निकलदे हन। तद पश्चात पता नहीं ओहदे नाल ही कुछ बीती होनी है अते अगे चल के की बीतनी है। 5-6 सिंह नागपुर जेल विच किरपान केस ते नाभा एजीटेशन संबंधी फौजां विचों भी कैद होके आए हुए सन। साडी भुख हड़ताल दे दिनां विच ਇਹ ਉੱਥੇ ही सन। इन्हां लंगड़े नूं खड़काउण लई सानूं कई सुनेहे भेजे, पर असीं वरजदे रहे। फिर भी एक सिंह पठान नाल रल के दौड़ गया जो पिछों फड़िया गया। इन्हां विचों भाई इंदर सिंह ते प्यारा सिंह 2 सज्जणां दे नाम ही चेते हन। साडे नाल तां उस दीआं सख्तियां दा बीज बोया होया कदे सुक्किया ही नहीं, उवें जिवें सख्तियां हुंदियां हवाउंदियां रहीआं। दूजा सुपरिटेंडेंट आया सी, ओह 1-2 साल कट के बदल गया। फिर एक देसी सुपरिटेंडेंट होर आ गया, पर बड़ा मुनसिफ मिजाज ते साऊ सी, जिसदा पूरा नाम तां याद नहीं, पर उसनूं गुप्ता साहिब करके पुकारदे सन। उसदे आउंदिआं नूं असीं दोई अड्डो अड्ड कीते होए सी अते अड्ड अड्ड आकटेंगना गोलां विच बंद कोठियां विच बंद होए रहिंदे सी। नवें सुपरिटेंडेंट ने सोहना वरताओ साडे नाल कीता अते कोई तकलीफ नहीं दित्ती। ਜਿਹੜੀਆਂ ਸਖਤੀਆਂ ਅਸੀਂ ਪਹਿਲਾਂ ਤੋਂ ਸਹਾਰ ਰਹੇ ਸੀ ਉਹ ਤਾਂ ਉਸ ਤੋਂ ਹਟ ਨਾ ਸਕੀਆਂ, ਪਰ ਨਵੀਆਂ ਕੋਈ ਨਾ ਹੋਣੀਆਂ ਪਾਈਆਂ। ਕਈਆਂ ਗੱਲਾਂ ਵਿੱਚ ਸੁਭੇਤਾ ਕਰਨ ਨੂੰ ਤਿਆਰ ਹੋ ਜਾਂਦਾ ਸੀ, ਪਰ ਪੁਰਾਣਾ ਗੋਰਾ ਜੇਲਰ ਉਸ ਦੀ ਦਾਲ ਨਹੀਂ ਗਲਣ ਦਿੰਦਾ ਸੀ, ਝੱਟ ਪਹਿਲੇ ਹੁਕਮ ਯਾਦ ਕਰਾ ਦਿੰਦਾ ਸੀ। ਉਸ ਦੀ ਇੰਨੀ ਨੇਕੀ ਨੂੰ ਹੀ ਅਸੀਂ ਬੜੀ ਕਰਕੇ ਸਮਝਦੇ ਸੀ ਕਿ ਸਾਡੇ ਦੁੱਖ ਸ਼ਿਕਵੇ ਤਾਂ ਠੰਡੇ ਦਿਲ ਨਾਲ ਸੁਣ ਲੈਂਦਾ ਸੀ ਅਤੇ ਹਮਦਰਦੀ ਦਾ ਦਮ ਵੀ ਭਰ ਦਿੰਦਾ ਸੀ। इस नवें सुपरिटेंडेंट दी नेक दिली दियां 1-2 मिसालां इत्थे ही देनियां काफ़ी समझदा हां। सो अज असी यह किताब पन्ना नंबर 273 तक ही पढ़ांगे। इजाजत दिओ जी। वाहिगुरू जी का खालसा, वाहिगुरू जी की फतेह।